ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਕਿ ਅਸੀਂ ਕਦੇ ਵੀ ਪਵਿੱਤਰ ਆਤਮਾ ਦੇ ਵਿਰੋਧ ਵਿੱਚ ਨਹੀਂ ਜਾਣਾ। ਜਦੋਂ ਅਸੀਂ ਪਵਿੱਤਰ ਆਤਮਾ ਦੇ ਵਿਰੋਧ ਵਿੱਚ ਜਾਵਾਂਗੇ ਸਾਨੂੰ ਉਹਦਾ ਕੀ ਰਿਜ਼ਲਟ ਮਿਲੇਗਾ, ਔਰ ਜਦੋਂ ਅਸੀਂ ਪਵਿੱਤਰ ਆਤਮਾ ਦੇ ਚਲਾਏ ਚਲਾਂਗੇ ਤੇ ਉਹਦਾ ਕੀ ਰਿਜ਼ਲਟ ਮਿਲੇਗਾ, ਅਸੀਂ ਸਿੱਖਣਾ ਖੁਦਾ ਦੇ ਵਚਨ ਚੋਂ। ਮੱਤੀ ਦੀ ਅੰਜੀਲ ਉਹਦਾ 12 ਅਧਿਆਏ ਉਹਦੀ 31 ਐਤ ਤੋਂ ਪੜਾਂਗੇ ਅਸੀਂ। ਖੁਦਾ ਦੇ ਵਚਨਾਂ ਤੇ ਧਿਆਨ ਦਈਏ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਜੋ ਹਰੇਕ ਪਾਪ ਅਤੇ ਕੁਫਰ ਮਨੁੱਖਾਂ ਨੂੰ ਮਾਫ ਕੀਤਾ ਜਾਵੇਗਾ, ਪਰ ਉਹ ਕੁਫਰ ਜਿਹੜਾ ਪਵਿੱਤਰ ਆਤਮਾ ਦੇ ਵਿਰੋਧ ਵਿੱਚ ਹੋਵੇ ਮਾਫ ਨਹੀਂ ਕੀਤਾ ਜਾਵੇਗਾ। ਇਹ ਗੱਲ ਲਿਖੀ ਆ ਕਿੱਥੇ? ਪਵਿੱਤਰ ਬਾਈਬਲ ਦੇ ਵਿੱਚ। ਹਾਲੇਲੂਇਆ। ਕਿਹਦੇ ਵਿੱਚ? ਇਹ ਕਿਸੇ ਸੇਵਕ ਦੀ ਆਪਣੀ ਬਣਾਈ ਹੋਈ ਗੱਲ ਨਹੀਂ ਆ। ਲਿਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਜੋ ਹਰੇਕ ਪਾਪ, ਹਰੇਕ ਦਾ ਮਤਲਬ ਹਰ ਇੱਕ ਪਾਪ ਅਤੇ ਕੁਫਰ ਮਨੁੱਖਾਂ ਨੂੰ ਮਾਫ ਕੀਤਾ ਜਾਏਗਾ, ਪਰ ਉਹ ਕੁਫਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਹੋਵੇ ਮਾਫ ਨਹੀਂ ਕੀਤਾ ਜਾਏਗਾ। ਯਾਨੀ ਕਿ ਜਿੰਨੇ ਮਰਜ਼ੀ ਪਾਪ ਸਾਡੇ ਕੋ ਹੋ ਚੁੱਕੇ ਆ ਆਪਣੀ ਬੀਤ ਚੁੱਕੀ ਜ਼ਿੰਦਗੀ ਦੇ ਵਿੱਚ, ਜਿੰਨੇ ਮਰਜ਼ੀ ਅਸੀਂ ਆਪਣੇ ਮੂੰਹ ਤੋਂ ਵੀ ਪਾਪ ਕੀਤੇ ਬੋਲ ਬੋਲ ਕੇ, ਪਰਮੇਸ਼ਰ ਕੋ ਮਾਫੀ ਮੰਗਾਂਗੇ, ਪਰਮੇਸ਼ਰ ਮਾਫ ਕਰ ਦੇਗਾ। ਪਰ ਇੱਕੋ ਪਾਪ ਦਾ ਬਾਈਬਲ ਦੇ ਵਿੱਚ ਜ਼ਿਕਰ ਹੈ ਜਿੱਥੇ ਯਿਸੂ ਮਸੀਹ ਸਾਫ਼-ਸਾਫ਼ ਕਹਿ ਰਿਹਾ, ਪਰ ਉਹ ਕੁਫਰ ਜਿਹੜਾ ਪਵਿੱਤਰ ਆਤਮਾ ਦੇ ਵਿਰੋਧ ਵਿੱਚ ਹੋਵੇ ਮਾਫ ਨਹੀਂ ਕੀਤਾ ਜਾਏਗਾ। 32 ਐਤ, ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਸ ਨੂੰ ਮਾਫ ਕੀਤਾ ਜਾਏਗਾ। ਮਨੁੱਖ ਦਾ ਪੁੱਤਰ ਜਾਨੀ ਪ੍ਰਭੂ ਯਿਸੂ ਆਪਣੇ ਆਪ ਨੂੰ ਕਹਿ ਰਿਹਾ ਹੈ। ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ, ਇਹ ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮਾਫ ਕੀਤਾ ਜਾਏਗਾ। ਹਾਲੇਲੂਇਆ। ਹੱਥ ਉਠਾ ਕੇ ਹਾਲੇਲੂਇਆ। ਸਮਝ ਆਈ ਗੱਲ? ਅਗਰ ਅਸੀਂ ਪਵਿੱਤਰ ਆਤਮਾ ਦੇ ਵਿਰੁੱਧ ਜਾਵਾਂਗੇ ਇਸ ਸੰਸਾਰ ਦੇ ਵਿੱਚ ਵੀ ਸਾਨੂੰ ਮਾਫੀ ਨਹੀਂ ਮਿਲੇਗੀ, ਔਰ ਜਦੋਂ ਅਸੀਂ ਦੁਨੀਆ ਛੱਡ ਕੇ ਜਾਵਾਂਗੇ ਅੱਗੇ ਵੀ ਜਾ ਕੇ ਸਾਨੂੰ ਮਾਫੀ ਨਹੀਂ ਮਿਲੇਗੀ। ਇਸ ਲਈ ਪਵਿੱਤਰ ਆਤਮਾ ਜਦੋਂ ਕੁਝ ਗੱਲਾਂ ਨੂੰ ਬੋਲਦਾ ਆ, ਆਪਨੇ ਉਹਦਾ ਵਿਰੋਧ ਕਦੇ ਨਹੀਂ ਕਰਨਾ। ਬਾਈਬਲ ਦਾ ਪ੍ਰਚਾਰ ਹੋ ਰਿਹਾ, ਮੈਂ ਵਚਨ ਦਾ ਪ੍ਰਚਾਰ ਕਰ ਰਿਹਾ, ਆਪ ਸੁਣੋ। ਜਦੋਂ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ, ਖੁਦਾ ਦੇ ਸੇਵਕ ਦੇ ਵਿੱਚੋਂ ਦੀ ਪਵਿੱਤਰ ਆਤਮਾ ਹੋ ਕੇ ਬੋਲਦਾ ਹੈ। ਜਦੋਂ ਰੱਬ ਦਾ ਸੇਵਕ ਕੋਈ ਸਲਾਹ ਦਿੰਦਾ ਹੈ, ਉਹਦੇ ਵਿੱਚੋਂ ਦੀ ਪਵਿੱਤਰ ਆਤਮਾ ਹੋ ਕੇ ਬੋਲਦਾ ਹੈ। ਜਦੋਂ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਜਿਸ ਤਰ੍ਹਾਂ ਤੁਸੀਂ ਪ੍ਰਾਰਥਨਾ ਕਰਦੇ ਜੋ ਗਲਤ ਵਾ, ਤੁਸੀਂ ਇਸ ਤਰੀਕੇ ਨਾਲ ਪ੍ਰਾਰਥਨਾ ਕਰਨੀ, ਉਹ ਪਵਿੱਤਰ ਆਤਮਾ ਰੱਬ ਦੇ ਸੇਵਕ ਦੇ ਵਿੱਚੋਂ ਦੀ ਹੋ ਕੇ ਬੋਲਦਾ ਹੈ। ਆਪਾਂ ਪਿਛਲੇ ਹਫ਼ਤੇ ਕਹਾਣੀ ਪੜ੍ਹੀ ਸੀ ਨਾ, ਹਨਨੀਆ ਤੇ ਸਫੀਰਾ ਦੀ, ਕਿ ਜਦੋਂ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵਾਅਦਾ ਕੀਤਾ ਸੀ ਕਿ ਸਾਰਾ ਪੈਸਾ ਖੁਦਾ ਦੇ ਘਰ 'ਚ ਦੇਵਾਂਗੇ, ਪਰ ਜਦੋਂ ਉਹਨਾਂ ਨੇ ਕੁਝ ਘਰ ਰੱਖ ਲਿਆ, ਪਤਰਸ ਦੇ ਕੋਲ ਪੈਸਾ ਲੈ ਕੇ ਆਏ ਦਾਨ ਦੇ ਰੂਪ ਵਿੱਚ, ਤਾਂ ਪਤਰਸ ਦੇ ਜਿਹੜੇ ਉੱਤੇ ਸ਼ਬਦ ਸੀ ਉਹ ਸੁਣਨ ਵਾਲੇ ਆ। ਪਤਰਸ ਨੇ ਕਿਹਾ ਕਿ ਹਨਨੀਆ, ਸ਼ੈਤਾਨ ਤੇਰੇ ਮਨ 'ਚ ਕਿਉਂ ਸਮਾਇਆ ਕਿ ਤੂੰ ਕਿਹਦੇ ਨਾਲ ਝੂਠ ਬੋਲ ਰਿਹਾ? ਪਵਿੱਤਰ ਆਤਮਾ ਦੇ ਨਾਲ। ਪਵਿੱਤਰ ਆਤਮਾ ਦੇ ਨਾਲ ਝੂਠ ਬੋਲਣਾ, ਪਵਿੱਤਰ ਆਤਮਾ ਦਾ ਵਿਰੋਧ ਕਰਨਾ। ਔਰ ਆਪਾਂ ਦੇਖਦੇ ਹਾਂ ਉੱਥੇ ਹਨਨੀਆ ਵੀ ਮਰ ਗਿਆ, ਉਸ ਤੋਂ ਬਾਅਦ ਉਹਦੀ ਪਤਨੀ ਸਫੀਰਾ ਵੀ ਮਰ ਗਈ, ਕਿਉਂਕਿ ਉਹਨਾਂ ਨੇ ਪਵਿੱਤਰ ਆਤਮਾ ਨੂੰ ਕੀ ਬੋਲਿਆ ਸੀ? ਝੂਠ ਬੋਲਿਆ ਸੀ। ਇਸ ਲਈ ਦੇਖੋ, ਅਲਰਟ, ਸਾਵਧਾਨ ਹੋ ਜਾਓ। ਹਾਲੇਲੂਇਆ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਇਸ ਸੰਸਾਰ ਦੇ ਉੱਤੇ ਜਿੰਨਾ ਵੀ ਪਰਮੇਸ਼ਰ ਦਾ ਕੰਮ ਹੋ ਰਿਹਾ ਖੁਦਾ ਦੇ ਸੇਵਕਾਂ ਦੇ ਦੁਆਰਾ, ਉਹ ਪਵਿੱਤਰ ਆਤਮਾ ਦੇ ਦੁਆਰਾ ਹੋ ਰਿਹਾ। ਤੁਹਾਡੇ ਚੋਂ ਕਈ ਵਾਰੀ ਕਈਆਂ ਨੂੰ ਤਜਰਬਾ ਹੋਇਆ ਹੋਵੇਗਾ, ਸਵੇਰੇ ਜਾਗ ਆਉਂਦੀ ਆ, ਪਵਿੱਤਰ ਆਤਮਾ ਆਵਾਜ਼ ਦਿੰਦਾ, ਉੱਠ ਤੇ ਕੀ ਕਰ? ਪ੍ਰਾਰਥਨਾ ਕਰ। ਪਰ ਅਸੀਂ ਸਗੋਂ ਹੀ ਕੰਬਲ ਜਾਂ ਰਜਾਈ ਹੋਰ ਘੁੱਟ ਲੈਂਦੇ ਆ। ਇਹ ਪਵਿੱਤਰ ਆਤਮਾ ਦਾ ਵਿਰੋਧ ਜੀ। ਔਰ ਕਿੰਨੇ ਐਸੀਆਂ ਫੈਮਲੀਆਂ ਨੇ, ਕਿੰਨੇ ਐਸੇ ਮਸੀਹ ਲੋਕ ਨੇ ਜਿਹੜੇ ਯਿਸੂ ਮਸੀਹ ਵਿੱਚ ਚੱਲਦੇ ਆ, ਪਰ ਉਹਨਾਂ ਦੇ ਮਸਲੇ ਨਹੀਂ ਹੱਲ ਹੋ ਰਹੇ, ਉਹਨਾਂ ਦੀਆਂ ਪ੍ਰੋਬਲਮ ਨਹੀਂ ਸੋਲਵ ਹੋ ਰਹੀਆਂ। ਕਿਉਂ ਭਲਾ? ਵਜ੍ਹਾ ਕੀ ਹੈ? ਕਿਉਂਕਿ ਉਹਨਾਂ ਨੇ ਐਸੀਆਂ ਗਲਤੀਆਂ ਕਰ ਦਿੱਤੀਆਂ ਨੇ ਜਿਹੜੀਆਂ ਕਿ ਬਾਈਬਲ ਦੇ ਵਿੱਚ ਲਿਖੀਆਂ ਮਾਫ ਨਹੀਂ ਹੋ ਸਕਦੀਆਂ। ਔਰ ਪਰਮੇਸ਼ਰ ਐਸਾ ਪਰਮੇਸ਼ਰ ਹੈ ਜਿਹੜਾ ਆਪਣੇ ਬਣਾਏ ਹੋਏ ਕਾਨੂੰਨਾਂ ਨੂੰ ਕਦੇ ਨਹੀਂ ਬਦਲਦਾ।
ਹਾਲੇਲੂਇਆ। ਉਹ ਆਪਣੇ ਬਣਾਏ ਹੋਏ ਕਾਨੂੰਨਾਂ ਨੂੰ ਕਦੇ ਨਹੀਂ ਬਦਲਦਾ। 35 ਆਇਤ, ਭਲਾ ਮਨੁੱਖ ਭਲੇ ਖਜ਼ਾਨੇ ਚੋਂ ਭਲੀਆਂ ਗੱਲਾਂ ਕੱਢਦਾ ਹੈ ਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। ਨਹੀਂ ਜੀ ਸਾਡੇ ਕੋਲ ਗੁੱਸੇ 'ਚ ਬੋਲਿਆ ਗਿਆ ਜੀ। ਕਈ ਨੂੰ ਕਹਿੰਦੇ ਨਾ, ਓਏ ਉਦਾਂ ਤੂੰ ਰੱਬ ਦਾ ਬੰਦਾ ਤੇ ਗਾਲਾਂ ਕਿਉਂ ਕੱਢਦਾ? ਇਹ ਜੀ ਗੁੱਸੇ 'ਚ ਨਿਕਲ ਜਾਂਦੀਆਂ। ਯਿਸੂ ਮਸੀਹ ਕਹਿੰਦਾ ਅਗਰ ਤੇਰਾ ਖਜ਼ਾਨਾ ਭਲਾ ਵਾ, ਤੇਰਾ ਅੰਦਰ ਭਲਾ ਵਾ, ਤੇ ਬਾਹਰ ਵੀ ਕੀ ਆਏਗਾ? ਤੇ ਜੇ ਤੇਰਾ ਅੰਦਰ ਬੁਰਾ ਤੇ ਬਾਹਰ ਵੀ ਕੀ ਆਏਗਾ? ਬੁਰਾ ਹੀ ਆਏਗਾ। ਹੁਣ ਦੇਖੋ, ਜਦੋਂ ਸੰਤਰੇ ਨੂੰ ਗ੍ਰਾਈਂਡਰ ਮਸ਼ੀਨ ਵਿੱਚ, ਜੂਸ ਕੱਢਣ ਵਾਲੀ ਮਸ਼ੀਨ ਵਿੱਚ ਪਾਇਆ ਜਾਂਦਾ ਹੈ ਤੇ ਬਾਹਰ ਜੂਸ ਕਾਹਦਾ ਨਿਕਲਦਾ? ਜਵਾਬ ਦਿਆ ਕਰੋ, ਕਾਹਦਾ ਜੂਸ ਨਿਕਲਦਾ? ਅਨਾਰਾਂ ਦਾ ਤਾਂ ਨਹੀਂ ਨਾ ਨਿਕਲਦਾ ਹੈ। ਇਦਾਂ ਹੀ ਜਦੋਂ ਸਾਨੂੰ ਕ੍ਰਸ਼ ਕੀਤਾ ਜਾਂਦਾ ਹੈ, ਸਾਡੇ ਉੱਤੇ ਕਈ ਤਰ੍ਹਾਂ ਦੇ ਪ੍ਰੈਸ਼ਰ ਹੁੰਦੇ, ਗਰੀਬੀ ਆ ਗਈ, ਬਿਮਾਰੀ ਆ ਗਈ ਹੈ, ਪਰੇਸ਼ਾਨੀਆਂ ਆ ਗਈਆਂ, ਤੇ ਹੁਣ ਜੋ ਸਾਡੇ ਅੰਦਰ ਵਾ ਉਹੋ ਹੀ ਬਾਹਰ ਨਿਕਲੇਗਾ। ਦੇਖੋ ਬਾਈਬਲ ਦੇ ਵਿੱਚ ਲਿਖਿਆ ਜਿਹੜਾ ਯਿਸੂ ਮਸੀਹ ਆ ਉਹ ਦਇਆ ਦਾ ਸਾਗਰ ਹੈ। ਕੀ ਹੈ ਯਿਸੂ ਮਸੀਹ? ਦਇਆ ਦਾ। ਹਾਂ, ਉਹਦਾ ਸਬੂਤ ਕੀ ਹੈ ਭਲਾ? ਉਹਨੂੰ ਜਦੋਂ ਸਿਪਾਹੀ ਫੜਨ ਦੇ ਲਈ ਆਏ ਤਾਂ ਪਤਰਸ ਨੇ ਤਲਵਾਰ ਚਲਾਈ, ਤੇ ਜਦੋਂ ਤਲਵਾਰ ਚਲਾਈ ਤਾਂ ਇੱਕ ਸਿਪਾਹੀ ਦੇ ਕੰਨ ਤੇ ਜਾ ਕੇ ਵੱਜੀ ਤੇ ਉਹਦਾ ਕੰਨ ਲੱਥ ਗਿਆ। ਯਿਸੂ ਮਸੀਹ ਨੇ ਤਾਲੀਆਂ ਨਹੀਂ ਵਜਾਈਆਂ, ਉਹ ਵਾਲੇ ਪਤਰਸ ਆ ਕੰਨ ਲਾਤਾ ਹੀ, ਧੌਣ ਲਾ ਦੇਣੀ ਚਾਹੀਦੀ। ਨਹੀਂ, ਪ੍ਰਭੂ ਯਿਸੂ ਦਇਆ ਨਾਲ ਭਰਿਆ ਹੋਇਆ। ਜਿਹੜਾ ਸਿਪਾਹੀ ਉਹਨੂੰ ਅਰੈਸਟ ਕਰਨ ਦੇ ਲਈ ਆਇਆ, ਯਿਸੂ ਮਸੀਹ ਨੇ ਉਹਦਾ ਕੰਨ ਜ਼ਮੀਨ ਤੋਂ ਚੁੱਕਿਆ, ਚੁੱਕ ਕੇ ਤੇ ਫੇਰ ਜੋੜ ਦਿੱਤਾ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਇਹ ਸੀ ਸਬੂਤ ਕਿ ਪ੍ਰਭੂ ਯਿਸੂ ਮਸੀਹ ਕਾਹਦੇ ਨਾਲ ਭਰਿਆ ਹੋਇਆ? ਦਇਆ ਦੇ ਨਾਲ ਭਰਿਆ ਹੋਇਆ। ਦੇਖੋ ਜਦੋਂ ਉਹਨੂੰ ਫੜ ਕੇ ਲੈ ਗਏ ਹੈ, ਕੋਰੜੇ ਮਾਰੇ, ਫਿਰ ਸਲੀਬ ਤੇ ਚਾੜ ਦਿੱਤਾ, ਹੱਥਾਂ ਪੈਰਾਂ 'ਚ ਕਿੱਲ ਠੋਕ ਦਿੱਤੇ, ਸਿਰ ਤੇ ਕੰਡਿਆਂ ਦਾ ਤਾਜ ਪਾ ਦਿੱਤਾ। ਪ੍ਰਭੂ ਯਿਸੂ ਤਾਂ ਵੀ ਕਹਿੰਦਾ ਆਏ ਬਾਪ ਇਹਨਾਂ ਨੂੰ ਮਾਫ ਕਰ ਦੇ, ਕਿਉਂਕਿ ਇਹ ਨਹੀਂ ਜਾਣਦੇ ਕੀ ਕਰਦੇ ਨੇ। ਇਹ ਸਭ ਤੋਂ ਵੱਡਾ ਸਬੂਤ ਹੈ ਕਿ ਉਹ ਕਾਹਦੇ ਨਾਲ ਭਰਿਆ ਹੋਇਆ ਸੀ? ਦਇਆ ਦੇ ਨਾਲ ਭਰਿਆ ਹੋਇਆ ਸੀ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਅਗਰ ਅੱਜ ਮੈਂ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਹਾਂ, ਆਪ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਜੇ, ਤੋਂ ਸਾਡੇ ਅੰਦਰੋਂ ਉਹਦੇ ਫਲ ਜਿਹੜੇ ਆ ਬਾਹਰ ਨੂੰ ਨਿਕਲਣਗੇ। ਕਈ ਵਾਰੀ ਭਲਾ ਕੀ ਹੁੰਦਾ? ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਮੇਰੇ ਵਚਨ ਦੇ ਉੱਤੇ ਖਲੋਤਾ ਹੈ ਉਹ ਮੇਰਾ ਠੀਕ ਚੇਲਾ। ਕਾਦੇ ਤੇ ਖਲੋਤਾ? ਜਿਹੜਾ ਉੱਚੀ ਬੋਲੋ, ਕਾਦੇ ਤੇ ਖਲੋਤਾ? ਜਿਹੜਾ ਵਚਨ ਤੇ ਖਲੋਣ ਦਾ ਮਤਲਬ ਬਾਈਬਲ ਪੈਰਾਂ ਥੱਲੇ ਰੱਖ ਕੇ ਉੱਤੇ ਖਲੋ ਜਾਣਾ। ਵਚਨ ਤੇ ਖੜੇ ਰਹਿਣ ਦਾ ਮਤਲਬ ਹੈ ਤੁਹਾਡਾ ਈਮਾਨ, ਤੁਹਾਡਾ ਜੀਣਾ ਮਰਨਾ ਕਲਾਮ ਦੇ ਵਿੱਚ। ਯਿਸੂ ਮਸੀਹ ਕਹਿੰਦਾ ਉਹ ਮੇਰਾ ਠੀਕ ਚੇਲਾ ਹੈ। ਇਹਦਾ ਮਤਲਬ ਜਿਹੜਾ ਵਚਨ ਤੇ ਨਹੀਂ ਖਲੋਤਾ ਉਹ ਕਿਹੜਾ ਚੇਲਾ? ਉਹ ਗਲਤ ਚੇਲਾ। ਕਿਹੜਾ ਚੇਲਾ? ਬੋਲੋ, ਗਲਤ ਚੇਲਾ। ਚੇਲੇ ਚੇਲੇ 'ਚ ਫਰਕ ਹੁੰਦਾ, ਤੇ ਅੱਗੇ ਕੇਲੇ ਕੇਲੇ 'ਚ ਵੀ ਕੀ ਹੁੰਦਾ? ਹਾਂ, ਰੇੜੀ ਤੇ ਜਾਈਦਾ ਫਲ ਵਾਲੀ ਤੇ ਹੈ। ਆ ਭਾਈ ਕੇਲੇ ਕੀ ਰੇਟ ਲਾਏ ਹੈ? ਆ ਭੈਣ 50 ਲਾਏ, ਆ 60 ਤੇ ਆ 70। ਇਹ ਵੀਰ 70 ਵਾਲੇ ਦੇ 50 ਲਾ ਲਾ ਲਾਉਂਦਾ ਏਦਾਂ ਭਲਾ? ਉਹ ਕੇਲਿਆਂ ਕੇਲਿਆਂ 'ਚ ਫਰਕ ਹੁੰਦਾ ਵਾ। ਏਦਾਂ ਹੀ ਚੇਲਿਆਂ ਚੇਲਿਆਂ 'ਚ ਵੀ ਕੀ ਹੁੰਦਾ ਵਾ? ਫਰਕ ਹੁੰਦਾ। ਜਿਹੜੇ ਵਚਨ ਤੇ ਖੜੇ ਰਹਿੰਦੇ ਨੇ ਉਹ ਠੀਕ ਚੇਲੇ, ਜਿਹੜੇ ਵਚਨ ਤੇ ਨਹੀਂ ਖੜੇ ਰਹਿੰਦੇ ਉਹ ਗਲਤ ਚੇਲੇ। ਹਨਨੀਆ ਤੇ ਸਫੀਰਾ ਵੀ ਪ੍ਰਭੂ ਦੇ ਚੇਲੇ ਸੀ, ਪਰ ਉਹਨਾਂ ਨੇ ਪਵਿੱਤਰ ਆਤਮਾ ਨਾਲ ਆ ਕੇ ਝੂਠ ਬੋਲਿਆ ਤਾਂ ਮੌਤ ਮਿਲੀ, ਜ਼ਿੰਦਗੀ ਨਹੀਂ ਮਿਲੀ। ਦੇਖੋ ਕੜੀਏ ਯਹੂਨਾ ਦੀ ਅੰਜੀਲ, ਇੱਥੇ ਵੀ ਹੱਥ ਰੱਖਣਾ ਆਪਨੇ। ਯਹੂਨਾ ਦੀ ਅੰਜੀਲ ਉਹਦਾ 10 ਅਧਿਆਏ, ਉਹਦੀ 10 ਆਇਤ ਹਰਜੀਤ ਪੜਨਾ ਮਾਈਕ ਦੇ ਵਿੱਚ। ਹਾਂਜੀ, ਯਹੂਨਾ ਦੀ ਅੰਜੀਲ 10 ਉਹਦੀ 10 ਆਇਤ। ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਰ ਵੱਡੇ ਅਤੇ ਨਾਸ਼ ਕਰੇ। ਚੋਰ ਕਾਹਦੇ ਲਈ ਆਉਂਦਾ? ਚਰਾਉਣ ਲਈ, ਵੱਢਣ ਲਈ ਤੇ ਨਾਸ਼ ਕਰਨ ਲਈ। ਹਾਂਜੀ ਅੱਗੇ। ਮੈਂ ਇਸ ਲਈ ਆਇਆ, ਪ੍ਰਭੂ ਯਿਸੂ ਕਹਿੰਦੇ ਨੇ ਮੈਂ ਇਸ ਲਈ ਆਇਆ ਭਾਈ ਉਹਨਾਂ ਨੂੰ ਜਿਉਣ ਮਿਲੇ, ਸਗੋਂ ਚੋਖਾ ਮਿਲੇ। ਇਹਦੇ ਮਾਈਕ ਤੇ ਥੋੜੀ ਬੇਸ ਦਿਓ। ਪ੍ਰਭੂ ਯਿਸੂ ਕਹਿੰਦੇ ਨੇ ਮੈਂ ਇਸ ਲਈ ਆਇਆ ਕਿ ਤੁਹਾਨੂੰ ਕੀ ਮਿਲੇ? ਜੀਵਨ ਮਿਲੇ, ਸਗੋਂ ਚੋਖਾ ਮਿਲੇ। ਹਿੰਦੀ ਦੀ ਬਾਈਬਲ ਦੇ ਵਿੱਚ ਇਹਨੂੰ ਲਿਖਿਆ ਭਰਪੂਰ ਜੀਵਨ।
ਚੋਖਾ ਜੀਵਨ ਮਤਲਬ ਭਰਪੂਰ ਜੀਵਨ ਹੈ। ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਅਬੰਡੈਂਟ ਲਾਈਫ, ਇੰਟਰਨਲ ਲਾਈਫ। ਅਗਰ ਤੁਹਾਡੀ ਜ਼ਿੰਦਗੀ ਨਾਸ਼ ਹੋ ਰਹੀ ਹੈ, ਕਦੀ ਕੁਝ ਚਰਾਇਆ ਜਾ ਰਿਹਾ ਹੈ, ਕਦੀ ਕੁਝ ਵੱਢਿਆ ਜਾ ਰਿਹਾ ਹੈ, ਇਹਦਾ ਮਤਲਬ ਜ਼ਿੰਦਗੀ 'ਚ ਕੌਣ ਆਇਆ ਵਾ? ਸ਼ੈਤਾਨ ਆਇਆ ਵਾ, ਚੋਰ ਆਇਆ ਵਾ। ਜੇ ਜ਼ਿੰਦਗੀ 'ਚ ਯਿਸੂ ਆਇਆ ਹੁੰਦਾ ਤੇ ਕੀ ਮਿਲ ਜਾਣੀ ਸੀ? ਜ਼ਿੰਦਗੀ ਮਿਲ ਜਾਣੀ ਸੀ। ਬੋਲੋ ਹਾਲੇਲੂਇਆ। ਆ ਦੇਖੋ, ਗੋਲਡੀ ਦੀ ਜ਼ਿੰਦਗੀ 'ਚ ਸ਼ੈਤਾਨ ਆਇਆ ਤੇ ਇਹਦੀ ਚੰਗਿਆਈ 'ਚ ਖੋ ਕੇ ਲੈ ਗਿਆ, ਇਹਦੀ ਬਰਕਤ ਖੋ ਕੇ ਲੈ ਗਿਆ, ਇਹਦੀ ਖੁਸ਼ੀ, ਇਹਦਾ ਆਨੰਦ ਖੋ ਕੇ ਲੈ ਗਿਆ। ਪਰ ਯਿਸੂ ਆਇਆ ਇਹਦੇ ਜੀਵਨ ਦੇ ਵਿੱਚ, ਹੈ, ਤੈਨੂੰ ਚੰਗਿਆਈ ਵੀ ਮਿਲ ਗਈ, ਹੈ, ਬਰਕਤ ਵੀ ਮਿਲ ਗਈ, ਔਰ ਸਭ ਕੁਝ ਵਧੀਆ ਹੋ ਗਿਆ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਉਹ ਚੈੱਕ ਕਰੋ ਕੌਣ ਆਇਆ ਵਾ, ਕੌਣ ਵਾ ਮੇਰੇ ਜੀਵਨ ਦੇ ਵਿੱਚ। ਲਾਗੇ ਕੋਈ ਭੈਣ ਤਾਲੀ ਵਜਾ ਕੇ ਪੁੜਕ ਪੁੜਕ ਕੇ ਦੁਆ ਕਰਦੀ ਤੇ ਤੁਸੀਂ ਲਾਗੇ ਖਲੋਤੇ ਇਹਨੂੰ ਕੀ ਹੁੰਦਾ? ਤੂੰ ਆਪਣਾ ਸੋਚ, ਹੁਣ ਤੈਨੂੰ ਬਾਅਦ ਚ ਕੀ ਹੋਣਾ ਭਲਾ। ਹਾਂ, ਜਿਸ ਇਨਸਾਨ ਨੂੰ ਨਹੀਂ ਪਤਾ ਪਵਿੱਤਰ ਆਤਮਾ ਕੀ ਹੈ, ਉਹਦੀ ਗੱਲ ਨਹੀਂ ਹੋ ਰਹੀ। ਜਿਸ ਨੂੰ ਪਤਾ ਹੈ ਪਵਿੱਤਰ ਆਤਮਾ ਦੇ ਬਾਰੇ ਔਰ ਉਹ ਉਹਦੇ ਵਿਰੋਧ ਵਿੱਚ ਜਾਂਦਾ ਆ, ਉਹ ਆਪਣੀ ਮੌਤ ਨੂੰ ਸੱਦਾ ਦਿੰਦਾ ਹੈ, ਉਹ ਆਪਣੇ ਸਰੀਰ ਦੇ ਉੱਤੇ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਵਾਸਤੇ ਯਿਸੂ ਮਸੀਹ ਆਏਗਾ ਜ਼ਿੰਦਗੀ 'ਚ ਤੇ ਜ਼ਿੰਦਗੀ ਆ ਜਾਏਗੀ। ਉੱਥੇ ਆ ਜਾਈਏ ਫਿਰ ਮੱਤੀ ਦੀ ਅੰਜੀਲ ਦੇ ਵਿੱਚ 12 ਅਧਿਆਇ ਜੋ ਅਸੀਂ ਪੜ੍ਹ ਰਹੇ ਹਾਂ, 36 ਆਇਤ, 36 ਆਇਤ ਮੱਤੀ ਦੀ ਅੰਜੀਲ, ਉਹਦਾ 12 ਅਧਿਆਇ, ਉਹਦੀ 36 ਆਇਤ ਪੜ੍ਹਨਾ। ਹਾਂ, 36 ਆਇਤ। ਪਰ ਮੈਂ ਤੁਹਾਨੂੰ ਆਖਦਾ ਹਾਂ, ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ। ਬੋਲੋ, ਜਿੰਨੀਆਂ ਵੀ ਗੱਲਾਂ ਅਸੀਂ ਵਿਅਰਥ ਬੋਲਦੇ ਆ, ਜਿੱਦਣ ਨਿਆਂ ਹੋਏਗਾ ਉਹਦਾ ਕੀ ਦੇਣਾ ਪਊਗਾ? ਉਹਦਾ ਹਿਸਾਬ ਦੇਣਾ ਪਏਗਾ। ਤੂੰ ਕਿਉਂ ਬੋਲੀਆਂ? ਪ੍ਰਭੂ ਉਦਾਂ ਹੀ ਬੋਲੀਆਂ ਗਈਆਂ। ਪ੍ਰਭੂ ਕਹੇਗਾ, ਮੈਂ ਕਲਾਮ 'ਚ ਪਹਿਲਾਂ ਹੀ ਕਿਹਾ ਵਾ, ਤੇਰਾ ਅੰਦਰ ਬੁਰਾ, ਇਸ ਕਰਕੇ ਬਾਹਰ ਜ਼ਬਾਨ ਤੇ ਵੀ ਕੀ ਆਉਂਦਾ? ਸਭ ਕੁਝ ਬੁਰਾ ਹੀ ਆਉਂਦਾ। ਹਾਂਜੀ, ਅੱਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਗਾ। ਬੋਲੋ ਹਾਲੇਲੂਇਆ। ਹੱਥ ਉਠਾ ਕੇ ਹਾਲੇਲੂਇਆ ਬੋਲੋ। ਯਿਸੂ ਕੇ ਨਾਮ ਕੀ। ਤੂੰ ਕਿੱਦਾਂ ਧਰਮੀ ਠਹਿਰਾਇਆ ਜਾਏਗਾ? ਆਪਣੀਆਂ ਗੱਲਾਂ ਤੋਂ। ਤੇ ਪਾਪੀ ਵੀ ਕਿੱਦਾਂ ਠਹਿਰਾਇਆ ਜਾਏਗਾ? ਤੇਰੀਆਂ ਗੱਲਾਂ ਤੋਂ ਹੀ। ਜ਼ਬਾਨ ਪ੍ਰਭੂ ਨੇ ਸਾਨੂੰ ਇਸ ਲਈ ਨਹੀਂ ਦਿੱਤੀ ਕਿ ਆਪਾਂ ਗਾਲਾਂ ਕੱਢੀਏ। ਜ਼ਬਾਨ ਇਸ ਲਈ ਨਹੀਂ ਦਿੱਤੀ ਆਪਾਂ ਪਵਿੱਤਰ ਆਤਮਾ ਦੇ ਖਿਲਾਫ ਬੋਲੀਏ। ਪ੍ਰਭੂ ਨੇ ਸਾਨੂੰ ਇਹ ਜੀਭ, ਇਹ ਜ਼ਬਾਨ ਇਸ ਕਰਕੇ ਲਾਈ ਆ ਤਾਂ ਕਿ ਅਸੀਂ ਇਸ ਜ਼ਬਾਨ ਦੇ ਨਾਲ ਪਰਮੇਸ਼ਰ ਦੀ ਵਡਿਆਈ ਕਰੀਏ। ਪਲੂਸ ਲਿਖਦਾ ਨਾ, ਹਰ ਜ਼ਬਾਨ ਅੰਗੀਕਾਰ ਕਰੇਗੀ ਕਿ ਯਿਸੂ ਕੀ ਆ? ਪ੍ਰਭੂ ਹੈ। ਤੋ ਇਹ ਜ਼ਬਾਨ ਆਪਾਂ ਪਰਮੇਸ਼ਰ ਦੇ ਆਤਮਾ ਦੇ ਵਿਰੋਧ ਵਿੱਚ ਕਰਦੇ, ਪਵਿੱਤਰ ਆਤਮਾ ਦੇ ਵਿਰੋਧ ਵਿੱਚ ਜਾਂਦੇ। ਆਹੋ ਜੀ, ਐਤਵਾਰ ਬੰਦਗੀ ਤੇ ਜਾਈਏ। ਕੌਣ ਤੁਹਾਨੂੰ ਐਤਵਾਰ ਚਰਚ ਆਉਣ ਲਈ ਕਹਿੰਦਾ? ਉਹ ਪਵਿੱਤਰ ਆਤਮਾ ਹੈ। ਹਾਲੇਲੂਇਆ। ਕੌਣ ਤੁਹਾਨੂੰ ਬਪਤਿਸਮਾ ਲੈਣ ਲਈ ਕਹਿੰਦਾ? ਉਹ ਪਵਿੱਤਰ ਆਤਮਾ ਹੈ। ਕੌਣ ਤੁਹਾਨੂੰ ਚਰਚ ਦੇ ਵਿੱਚ ਦਾਨ ਦਸਵੰਧ ਦੇਣ ਦੇ ਲਈ ਕਹਿੰਦਾ? ਉਹ ਪਵਿੱਤਰ ਆਤਮਾ ਆ। ਹਾਲੇਲੂਇਆ। ਨਹੀਂ ਜੀ, ਜਦੋਂ ਪ੍ਰਭੂ ਬਹੁਤਾ ਦੇਗਾ ਫਿਰ ਆਪਾਂ ਬਹੁਤਾ ਦਿਆ ਕਰਾਂਗੇ। ਜਦੋਂ ਰੱਬ ਨੇ ਤੈਨੂੰ ਬਹੁਤਾ ਦਿੱਤਾ, ਅੱਜ ਤੂੰ ਸਾਈਕਲ ਚਲਾਉਂਦਾ, ਕੱਲ ਤੂੰ ਮੋਟਰਸਾਈਕਲ ਚਲਾਉਣ ਡੈ ਪੈਣਾ, ਫਿਰ ਉਹ 'ਚ ਤੇਲ ਵੀ ਪੈਣਾ। ਪਰਮੇਸ਼ਰ ਜਦੋਂ ਬਹੁਤਾ ਦਿੰਦਾ ਆ, ਉਹ ਬਹੁਤਾ ਵੀ ਇਸ ਲਈ ਨਹੀਂ ਦਿੰਦਾ ਤਾਂ ਕਿ ਤੁਸੀਂ ਮौज ਮਸਤੀ ਕਰੋ। ਉਹ ਤੁਹਾਨੂੰ ਚੈੱਕ ਕਰਦਾ ਤੁਸੀਂ ਫਿਰ ਵੀ ਧਰਮੀ ਬਣੇ ਰਹਿੰਦੇ ਜੇ ਕਿ ਨਹੀਂ। ਬੋਲੋ ਹਾਲੇਲੂਇਆ। ਪਰ ਜਦੋਂ ਤੁਸੀਂ ਧਰਮੀ ਨਹੀਂ ਬਣੇ ਰਹਿੰਦੇ, ਉਹ ਜੇ ਉਹ ਤਾਂ ਚੁੱਕਣਾ ਜਾਣਦਾ ਕਿ ਉਹ ਠਾਂ ਵੀ। ਜਿਸ ਪੌੜੀ ਦੇ ਉੱਤੇ ਪ੍ਰਭੂ ਨੇ ਤੁਹਾਨੂੰ ਚਾੜਿਆ ਨਾ, ਉਸ ਪੌੜੀ ਦੇ ਉੱਤੇ ਹੱਥ ਯਿਸੂ ਮਸੀਹ ਦਾ ਹੀ ਆ ਹਮੇਸ਼ਾ। ਹੈ ਕਈ ਵਾਰੀ ਉੱਪਰਲੇ ਡੰਡੇ ਤੇ ਇਨਸਾਨ ਚੱਲ ਜਾਂਦਾ, ਪ੍ਰਭੂ ਫੜ ਕੇ ਥੱਲੇ ਪੌੜੀ ਖਿੱਚ ਦਿੰਦਾ। ਆਪ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਵਾ, ਜਿਹੜੀਆਂ ਗੱਲਾਂ ਮੈਂ ਬੋਲਣ ਦਿਆਂ ਵਾਂ, ਮੇਰੀਆਂ ਗੱਲਾਂ ਕਿਤੇ ਪਵਿੱਤਰ ਆਤਮਾ ਦੇ ਖਿਲਾਫ ਤੇ ਨਹੀਂ ਆ। ਮਰੀਮ ਦੇ ਕੋਲ ਸਵਰਗਦੂਤ ਆਇਆ। ਸਵਰਗਦੂਤ ਆ ਕੇ ਕਹਿੰਦਾ, ਮਰੀਮ ਤੈਨੂੰ ਵਧਾਈ ਹੋਵੇ,
ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ, ਤੂੰ ਗਰਭਵਤੀ ਹੋਏਗੀ, ਇੱਕ ਪੁੱਤਰ ਨੂੰ ਜਨਮ ਦੇਂਗੀ, ਉਹ ਅਤ ਮਹਾਨ ਪਰਮੇਸ਼ਰ ਦਾ ਪੁੱਤਰ ਕਹਿਲਾਏਗਾ। ਮਰੀਮ ਉਹਦੀਆਂ ਗੱਲਾਂ ਸੁਣ ਸੁਣ ਕੇ ਕਹਿੰਦੀ, ਸਵਰਗਦੂਤ ਮੇਰੀ ਤੇ ਸ਼ਾਦੀ ਨਹੀਂ ਹੋਈ ਅਜੇ, ਔਰ ਨਾ ਹੀ ਮੇਰਾ ਕਿਸੇ ਮਰਦ ਨਾਲ ਰਿਲੇਸ਼ਨ ਹੈ, ਬੱਚਾ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਕਿਹਾ ਭਲਾ ਸਵਰਗਦੂਤ ਨੇ ਅੱਗੇ? ਪਵਿੱਤਰ ਆਤਮਾ ਤੇਰੇ ਉੱਤੇ ਆਏਗਾ। ਹਾਲੇਲੂਇਆ। ਸਵਰਗਦੂਤ ਨੇ ਉਹਨੂੰ ਦੱਸਿਆ ਕਿ ਜਿਹੜਾ ਬੱਚਾ ਤੇਰੇ ਪੇਟ 'ਚ ਪੈਦਾ ਹੋਣਾ ਵਾ, ਜਿੰਨੇ ਤੇਰੇ ਦੁਆਰਾ ਇਸ ਧਰਤੀ ਤੇ ਜਨਮ ਲੈਣਾ ਵਾ, ਉਹ ਬੱਚਾ ਤੇਰੇ ਗਰਭ ਦੇ ਵਿੱਚ ਪਵਿੱਤਰ ਆਤਮਾ ਦੇ ਦੁਆਰਾ ਆਏਗਾ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਇਸੇ ਲਈ ਮਰੀਮ ਨੇ ਪਵਿੱਤਰ ਆਤਮਾ ਦਾ ਕੀ ਕੀਤਾ? ਬੋਲੋ, ਆਦਰ ਕੀਤਾ। ਅੱਜ ਅਸੀਂ ਮਰੀਮ ਨੂੰ ਯਿਸੂ ਦੀ ਮਾਤਾ ਕਹਿ ਕੇ ਯਾਦ ਕਰਦੇ ਹਾਂ। ਔਰ ਆਈ ਥਿੰਕ ਜੇ ਮਰੀਮ ਨੇ ਪਵਿੱਤਰ ਆਤਮਾ ਦਾ ਵਿਰੋਧ ਕੀਤਾ ਹੁੰਦਾ ਤੇ ਪਤਾ ਨਹੀਂ ਉਹਨੂੰ ਕਿਹੜੇ ਭੂਤ ਚੜੇਲਾਂ 'ਚ ਚੰਬੜੀਆਂ ਹੋਣੀਆਂ। ਸਹਿਮਤ ਹੋ ਜਾਣਾ ਪਵਿੱਤਰ ਆਤਮਾ ਦੇ ਨਾਲ। ਪਵਿੱਤਰ ਆਤਮਾ ਤੁਹਾਨੂੰ ਕਿਸੇ ਦਿਨ ਆ ਕੇ ਕਹਿ ਦੇ ਨਾ ਕਿ ਅੱਜ ਸੂਰਜ ਇਧਰੋਂ ਨਹੀਂ ਇਧਰੋਂ ਚੜਨਾ ਵਾ, ਤਾਂ ਉਹਦੇ ਨਾਲ ਸਹਿਮਤ ਹੋ ਜਿਓ। ਬੋਲੋ ਹਾਲੇਲੂਇਆ। ਤੁਸੀਂ ਦੱਸੋ, ਮਰੀਮ ਤੋਂ ਪਹਿਲਾਂ ਕਦੀ ਕਿਸੇ ਕੁਆਰੀ ਲੜਕੀ ਤੋਂ ਮੁੰਡਾ ਜੰਮਿਆ ਸੀ? ਅੱਜ ਜਦੋਂ ਪਾਸਟਰ ਕਿਸੇ ਨੂੰ ਕੋਈ ਸਲਾਹ ਦਿੰਦਾ ਵਾ ਨਾ, ਤੇ ਅੱਗੇ ਵਿਸ਼ਵਾਸੀ ਕਹਿੰਦੇ, ਇਹ ਪਾਸਟਰ ਜੀ ਬਾਈਬਲ ਚੋਂ ਕੱਢ ਕੇ ਦਿਖਾਓ। ਅਜੀਜੋ, ਪਵਿੱਤਰ ਆਤਮਾ ਉਹ ਗੱਲਾਂ ਵੀ ਬੋਲਦਾ ਜਿਹੜੀਆਂ ਦੁਨੀਆ ਤੇ ਕਦੀ ਨਹੀਂ ਹੋਈਆਂ। ਹਾਲੇਲੂਇਆ। ਕੀ ਮੈਂ ਕਹਿ ਰਿਹਾ? ਪਵਿੱਤਰ ਆਤਮਾ ਉਹ ਗੱਲਾਂ ਵੀ ਬੋਲਦਾ ਵਾ ਜਿਹੜੀਆਂ ਸੰਸਾਰ ਦੇ ਉੱਤੇ ਕਦੇ ਨਹੀਂ ਹੋਈਆਂ। ਇਸ ਲਈ ਜਦੋਂ ਪਵਿੱਤਰ ਆਤਮਾ ਬੋਲਦਾ ਆ, ਉਦੋਂ ਵਿਸ਼ਵਾਸ ਕਰ ਲੈਣਾ। ਹਾਲੇਲੂਇਆ। ਉਤਪਤੀ ਦੀ ਕਿਤਾਬ ਦੇ ਵਿੱਚ ਲਿਖਿਆ, ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਮੰਡਲਾਉਂਦਾ ਸੀ। ਪਰਮੇਸ਼ਰ ਨੇ ਕਿਹਾ ਚਾਨਣ ਹੋਵੇ ਤੇ ਕੀ ਹੋ ਗਿਆ? ਇਹ ਕਿਹਦਾ ਕੰਮ ਸੀ? ਪਵਿੱਤਰ ਆਤਮਾ ਦਾ। ਇਸੇ ਕਰਕੇ ਜਦੋਂ ਪਵਿੱਤਰ ਆਤਮਾ ਕਲੀਸਿਆ ਦੇ ਉੱਤੇ ਆ ਕੇ ਮੰਡਲਾਉਂਦਾ ਵਾ, ਤੇ ਜਿਹੜੇ ਫਿਰ ਵੀ ਗੁੰਗੇ ਬਣ ਕੇ ਖਲੋਤੇ ਰਹਿੰਦੇ ਆ, ਕੁਝ ਬੋਲਦੇ ਨਹੀਂ ਆ, ਕਿੱਦਾਂ ਕੁਝ ਬਣੇਗਾ? ਜਦੋਂ ਪਵਿੱਤਰ ਆਤਮਾ ਕਲੀਸਿਆ ਤੇ ਮੰਡਲਾ ਰਿਹਾ ਹੁੰਦਾ, ਉਦੋਂ ਬੋਲੀਦਾ ਵਾ ਕਿ ਪ੍ਰਭੂ ਮੈਨੂੰ ਚੰਗਾ ਕਰ, ਆਪ ਚੰਗੇ ਹੋ ਜਾਓਗੇ। ਪ੍ਰਭੂ ਮੈਨੂੰ ਬਰਕਤ ਦੇ, ਆਪ ਨੂੰ ਬਰਕਤ ਮਿਲੇਗੀ। ਬੋਲੋ ਹਾਲੇਲੂਇਆ। ਇਸ ਲਈ ਵਚਨ 'ਚ ਲਿਖਿਆ, ਤੂੰ ਆਪਣਾ ਮੂੰਹ ਟੱਡ ਤੇ ਉਹਨੂੰ ਪ੍ਰਭੂ ਕਹਿੰਦਾ ਮੈਂ ਆਨੰਦ ਨਾਲ ਭਰ ਦਿਆਂਗਾ। ਪਿਆਰਿਓ ਅਜੀਜੋ, ਹਮੇਸ਼ਾ ਯਾਦ ਰੱਖੋ, ਪਵਿੱਤਰ ਆਤਮਾ ਦੇ ਨਾਲ ਸਹਿਮਤ ਹੋਵੋਗੇ ਤਾਂ ਜੈਸੀ ਬਲੇਸਿੰਗ ਮਰੀਮ ਨੂੰ ਮਿਲੀ, ਆਪ ਨੂੰ ਵੀ ਪਰਮੇਸ਼ਰ ਦੇ ਸਕਦਾ ਹੈ। ਬੋਲੋ ਹਾਲੇਲੂਇਆ। ਉਹ ਦਿੰਦਾ ਆ। 13 ਅਧਿਆਏ, ਮੱਤੀ 13 ਉਹਦੀ 16 ਤੇ 17 ਆਇਤ। ਪਰ ਧੰਨ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਹਨ, ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ, ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ, ਬਥੇਰੇ ਨਬੀ ਤੇ ਧਰਮੀ ਲੋਚਦੇ ਸਨ ਵੀ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ, ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ। ਹਾਲੇਲੂਇਆ। ਤੁਸੀਂ ਸੁਣਦੇ ਜੇ ਨਾ, ਕਲਾਮ ਸੁਣਦੇ ਜੇ ਨਾ। ਦੁਨੀਆ ਤੇ ਇਹੋ ਜਿਹੇ ਲੋਕ ਜਿਹੜੇ ਤਰਸਦੇ ਆ ਵੀ ਸਾਨੂੰ ਕੋਈ ਕਲਾਮ ਸੁਣਾਵੇ ਆ ਕੇ। ਆਪ ਦੇ ਵਿੱਚੋਂ ਕਿੰਨਿਆਂ ਜਿਹੜੇ ਨੇ ਖੁਦਾ ਦੇ ਕੰਮਾਂ ਨੂੰ ਵੇਖਿਆ? ਲੋਕ ਤਰਸਦੇ ਅਸੀਂ ਆਪਣੀ ਅੱਖਾਂ ਦੇ ਨਾਲ ਖੁਦਾ ਦੇ ਕੰਮਾਂ ਨੂੰ ਵੇਖੀਏ। ਤੁਹਾਡੇ ਚੋਂ ਕਈ ਇੱਥੇ ਇਹੋ ਜਿਹੇ ਬੈਠੇ ਜਿਨ੍ਹਾਂ ਨੂੰ ਪ੍ਰਭੂ ਯਿਸੂ ਦਾ ਦਰਸ਼ਨ ਹੋਇਆ, ਸਵਰਗ ਦੂਤਾਂ ਦਾ ਦਰਸ਼ਨ ਹੋਇਆ, ਤਾਂ ਵੀ ਅਸੀਂ ਸੁਧਰਦੇ ਨਹੀਂ, ਤਾਂ ਵੀ ਢੀਠਪੁਣੇ ਦੀ ਮਿੱਟੀ ਲੱਗੀ ਹੋਈ ਹੈ ਸਾਨੂੰ। ਬੇਟੀ ਸਾਡੀ ਇੱਕ ਸਾਈਨ ਕਰਨ ਲੱਗੀ, ਮੈਂ ਨਿਕਾਹ ਕਰਨ ਦਿਆਂ ਤੇ ਮੈਂ ਉਹਦੇ ਨਾਂ ਵੇਖ ਕੇ ਕਿਹਾ, ਮੈਂ ਧੀ ਇੱਕ ਗੱਲ ਦੱਸੀ। ਹਾਂਜੀ ਪਾਸਟਰ ਜੀ। ਮੈਂ ਹੈਡੇ ਲੰਮੇ ਨਹੁੰ ਕਹਿੰਦੇ ਹੁੰਦੇ, ਆਪੇ ਕਹਿੰਦੀ ਚੜੇਲਾਂ ਦੇ। ਉਹ ਦੇਖੋ, ਕਲਾਮ ਜਿਹੜੀ ਜ਼ਿੰਦਗੀ ਜੀਣ ਦਾ ਸਾਨੂੰ ਤਰੀਕਾ ਦੱਸਦਾ, ਆਪਾਂ ਉਸ ਤਰੀਕੇ ਨਾਲ ਜ਼ਿੰਦਗੀ ਜੀਣੀ।
ਪਵਿੱਤਰ ਆਤਮਾ ਤੁਹਾਨੂੰ ਕਹਿੰਦਾ ਨਾ ਇੱਥੇ ਬੈਠ ਜਾਓ, ਇੱਥੇ ਨਹੀਂ ਬੈਠਣਾ, ਉਹ ਫਲਾਣੇ ਇਨਸਾਨ ਦਾ ਸਾਥ ਛੱਡ ਦੇ, 1 ਸਕਿੰਟ ਤੋਂ ਪਹਿਲਾਂ ਛੱਡ ਦੇਣਾ ਉਹਦਾ ਸਾਥ। ਬੋਲੋ ਹਾਲੇਲੂਇਆ। ਭਾਵੇਂ ਲੱਖ ਰੁਪਏ ਦਾ ਨੁਕਸਾਨ ਹੋ ਜੇ, ਮਤ ਪਰਵਾਹ ਕਰੋ ਪ੍ਰਭੂ ਯਿਸੂ ਦੀ ਖਾਤਰ ਨੁਕਸਾਨਾਂ ਦੀ ਵੀ। ਹਾਲੇਲੂਇਆ। ਸਮਝ ਆ ਰਹੀ ਮੈਂ ਕੀ ਬੋਲ ਰਿਹਾ? ਇੱਕ ਬੰਨੇ ਆਪ ਪਾਸਟਰ ਕੋ ਦੁਆ ਕਰਾ ਲੈਂਦੇ ਜੇ, ਪਾਸਟਰ ਜੀ ਦੁਆ ਕਰੋ ਸਾਡੇ ਕਾਰੋਬਾਰ ਤੇ ਬਰਕਤ ਮਿਲੇ ਹੈ, ਤੇ ਦੂਜੇ ਬੰਨੇ ਤੁਹਾਡਾ ਬਿਜ਼ਨਸ ਪਾਰਟਨਰ ਜਿਹੜਾ ਵਾ ਇੱਧਰ ਪਾਸਟਰ ਦੁਆ ਕਰਨ ਦਿਆ ਵਾ ਤੇ ਉਹ ਲਾਗੇ ਖਲੋਤਾ, ਧੱਫਾ ਲਾਉਣ ਦਿਆ, ਤਮਾਕੂ ਮਲਣ ਦਿਆ ਵਾ। ਹੋ ਸਕਦਾ ਤੈਨੂੰ ਬੜੀ ਵਾਰੀ ਪਵਿੱਤਰ ਆਤਮਾ ਨੇ ਕਿਹਾ ਵਾ ਇਹਨੂੰ ਕੱਢ ਦੇ, ਇਹਦੇ ਨਾਲੋਂ ਪਾਰਟਨਰਸ਼ਿਪ ਤੋੜ। ਪਾਸਟਰ ਜੀ, ਪ੍ਰਭੂ ਯਿਸੂ ਜੀ, ਚੱਲ ਸਰਦਾ ਜਾਣ ਦਿਆ ਵਾ, ਉਹ ਤੁਹਾਡਾ ਪ੍ਰਭੂ ਨੇ ਸਾਰਨਾ ਵਾ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਪ੍ਰਭੂ ਨੇ ਤੁਹਾਨੂੰ ਬਰਕਤ ਦੇਣੀ ਆ। ਪਰਮੇਸ਼ਰ ਨੇ ਅਬਰਾਹਾਮ ਨੂੰ ਕਿਹਾ ਸੀ, ਅਬਰਾਹਾਮ ਤੂੰ ਆਪਣੇ ਬਾਪ ਨੂੰ ਛੱਡ ਦੇ, ਆਪਣੇ ਰਿਸ਼ਤੇਦਾਰਾਂ ਨੂੰ ਵੀ ਛੱਡ ਦੇ, ਠੀਕ ਹੈ, ਆਪਣੇ ਦੇਸ਼ ਨੂੰ ਵੀ ਛੱਡ ਦੇ, ਤੇ ਜਿੱਧਰ ਨੂੰ ਮੈਂ ਕਹਿੰਦਾ ਨਿਕਲ ਤੁਰ ਉਧਰ ਨੂੰ। ਇਹ ਜਿਹੜੀ ਸਟੋਰੀ ਦੀ ਬੜੀ ਗਹਿਰੀ ਸਿੱਖਿਆ ਵਾ। ਅਬਰਾਹਾਮ ਨੇ ਸਭ ਤੋਂ ਪਹਿਲਾਂ ਛੱਡਿਆ ਆਪਣਾ ਘਰ, ਆਪਣਾ ਦੇਸ਼, ਆਪਣਾ ਪਿਓ ਨਹੀਂ ਛੱਡਿਆ। ਪਿਓ ਛੱਡਣ ਲਈ ਪਤਾ ਪਰਮੇਸ਼ਰ ਕਿਉਂ ਕਹਿੰਦਾ ਸੀ? ਕਿਉਂਕਿ ਪਿਓ ਜਿਹੜਾ ਬੁੱਤ ਪ੍ਰਸਤੀ ਕਰਦਾ ਸੀ, ਉਹਦਾ ਬਾਪ ਮਰ ਗਿਆ, ਹੁਣ ਟੰਗ ਛੱਡਿਆ ਨਾਲ ਉਹਨੇ ਲੂਤ ਨੂੰ ਜਿਹੜਾ ਉਹਦਾ ਭਤੀਜਾ ਸੀ। ਪਰ ਪਰਮੇਸ਼ਰ ਨੇ ਨਾ ਸਾਰਿਆਂ ਨੂੰ ਛੱਡਣ ਲਈ ਕਿਹਾ। ਕਹਿੰਦੇ ਜੀ ਉਹਨੂੰ 24 ਸਾਲ ਕਿਉਂ ਲੱਗੇ ਪਿਓ ਬਣਨ ਚ? ਇਹੋ ਹੀ ਪੰਗੇ ਸੀ ਜਿਹੜੇ ਉਹਨੇ ਪਾ ਛੱਡੇ ਆਪਣੀ ਜ਼ਿੰਦਗੀ 'ਚ। ਇੱਕ ਜਗ੍ਹਾ ਗਿਆ ਤੇ ਰਾਜੇ ਮਹਾਰਾਜਿਆਂ ਦੀ ਆਦਤ ਹੁੰਦੀ ਹੈ ਕਿ ਇਹਦੀ ਸੋਹਣੀ ਧੀ ਭੈਣ ਵੇਖਣੀ ਤੇ ਉਹਨੂੰ ਆਪਣੇ ਮਹੱਲ 'ਚ ਹੀ ਰੱਖ ਲੈਣਾ ਭੈਣ ਹੈ, ਆਪਣੀ ਵਹੁਟੀ ਬਣਾ ਕੇ। ਇੱਕ ਜਗ੍ਹਾ ਗਏ, ਅਬਰਾਹਮ ਆਪਣੀ ਵਹੁਟੀ ਨੂੰ ਕਹਿੰਦਾ ਰਾਜੇ ਨੂੰ, ਰਾਜਾ ਜਦੋਂ ਤੈਨੂੰ ਵੇਖੂਗਾ ਨਾ, ਕਿਉਂਕਿ ਸਾਰਾ ਬਹੁਤ ਸੋਹਣੀ ਖੂਬਸੂਰਤ ਸੀ, ਕਹਿੰਦਾ ਰਾਜਾ ਜਦੋਂ ਤੈਨੂੰ ਪੁੱਛੇ ਤੇ ਕਹੀਂ ਵੀ ਇਹ ਅਬਰਾਹਮ ਤੇ ਮੇਰਾ ਭਰਾ ਲੱਗਦਾ। ਵੇਖੋ ਐਡਾ ਜ਼ਬਰਦਸਤ ਬੰਦਾ ਰੱਬ ਦਾ, ਤੈਨੂੰ ਆਪਣੀ ਜਾਨ ਦੀ ਫਿਕਰ ਪੈ ਗਈ। ਕਹਿੰਦਾ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਮੈਂ ਤੇਰਾ ਘਰ ਵਾਲਾ, ਤਾਂ ਉਹਨੇ ਤੇ ਮੈਨੂੰ ਮਾਰ ਦੇਣਾ ਤੇ ਤੈਨੂੰ ਰੱਖ ਲੈਣਾ। ਉਹ ਆਪ ਖੁਦਾ ਦੇ ਲੋਕ ਜੇ, ਆਪ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ। ਬਾਈਬਲ ਦੇ ਵਿੱਚ ਲਿਖਿਆ ਹੈ ਉਹ ਗੱਲ ਹੋਈ, ਉਸ ਰਾਜੇ ਨੇ ਜਦੋਂ ਦੇਖਿਆ ਅਬਰਾਹਮ ਦੀ ਵਾਈਫ ਨੂੰ, ਉਹਨੂੰ ਆਪਣੇ ਕੋਲ ਰੱਖ ਲਿਆ। ਅਬਰਾਹਮ ਬਾਰੇ ਉਹਨੇ ਉਦਾਂ ਹੀ ਕਹਿਤਾ ਵਿਚਾਰੀ ਨੇ, ਕਹਿੰਦੀ ਮੇਰਾ ਭਰਾ ਵਾ। ਬਾਈਬਲ ਦੇ ਵਿੱਚ ਲਿਖਿਆ ਖੁਦਾ ਦੇ ਵੱਲੋਂ ਬਿਪਤਾ ਆ ਗਈ ਉਸ ਰਾਜੇ ਦੇ ਉੱਤੇ। ਫਿਰ ਰਾਜੇ ਨੂੰ ਸਿੱਧਾ ਸੁਪਨਾ ਆਇਆ। ਹਾਲੇਲੂਇਆ। ਰਾਜੇ ਨੂੰ ਸਿੱਧਾ ਸੁਪਨਾ ਆ ਗਿਆ ਵੀ ਇਹ ਜਿਹੜੀ ਸਾਰਾ ਵਾ ਅਬਰਾਹਮ ਦੀ ਘਰ ਵਾਲੀ, ਇਹਨੂੰ ਹੱਥ ਤੱਕ ਨਾ ਲਾਈ। ਉਹਨੇ ਤੜਕੇ ਅਬਰਾਹਮ ਨੂੰ ਸੱਦਿਆ, ਕਹਿੰਦਾ ਭਰਾਵਾ ਕਿਉਂ ਲੱਗਾ ਮਰਾਉਣ ਸਾਨੂੰ? ਸਿੱਧਾ ਨਹੀਂ ਦੱਸ ਸਕਦਾ ਤੇਰੀ ਘਰ ਵਾਲੀ ਆ? ਇਦਾਂ ਹੀ ਕਈ ਚੰਗੇ ਭਲੇ ਬੰਦੇ ਰੱਬ ਦੇ ਹੁੰਦੇ ਅਬਰਾਹਮ ਵਰਗੇ, ਪਰ ਵਲ ਛਲ ਨਹੀਂ ਜਾਂਦੇ ਜ਼ਿੰਦਗੀ ਚੋਂ। ਇਹ ਵੀ ਪਵਿੱਤਰ ਆਤਮਾ ਦੇ ਖਿਲਾਫ ਜਾਣਾ ਹੈ। ਆਪ ਪਵਿੱਤਰ ਆਤਮਾ ਦਾ ਵਿਰੋਧ ਮਤ ਕਰੋ, ਬਰਕਤਾਂ ਲੇਟ ਹੋਣਗੀਆਂ। ਹਾਂਜੀ, ਕੀ ਹੋਣਗੀਆਂ? ਬਰਕਤਾਂ ਲੇਟ ਹੋਣਗੀਆਂ, ਆਸ਼ੀਸ਼ਾਂ ਲੇਟ ਹੋ ਜਾਣਗੀਆਂ। ਔਰ ਕਈ ਵਾਰੀ ਇਹੋ ਜਿਹੀ ਮੋਹਰ ਲੱਗ ਸਕਦੀ ਆ ਕਿ ਨਰਕਾਂ 'ਚ ਵੀ ਜਾ ਸਕਦੇ ਜੇ ਤੁਸੀਂ ਹੋ ਕੇ ਰੱਬ ਦੇ ਬੰਦੇ ਵੀ। ਇਸ ਲਈ ਪਾਕ ਨੂੰ ਨਾਲ ਸਹਿਮਤ ਹੋ ਕੇ ਚੱਲਣਾ ਹੈ। ਬੋਲੋ ਸਾਰੇ ਹਾਲੇਲੂਇਆ। ਸਾਡੀ ਬੇਟੀ ਕਿਤੇ ਕਲੀਸਿਆ 'ਚ ਬੈਠੀ ਆ, ਮੈਨੂੰ ਕਹਿੰਦੀ ਮੈਂ ਕਵੈਰ 'ਚ ਸ਼ਾਮਲ ਹੋਣਾ। ਮੈਂ ਕਿਹਾ ਦੁਆ ਕਰੀ ਯਿਸੂ ਮਸੀਹ ਮੈਨੂੰ ਕਵੇ, ਯਿਸੂ ਮਸੀਹ ਮੈਨੂੰ ਕਵੇ। ਹਾਲੇਲੂਇਆ। ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, ਬਾਬਾ 7-8 ਜਣੇ ਮੇਰੇ ਕੋਲ ਇਕੱਠੇ ਹੋ ਕੇ ਆਏ। ਡੈਡੀ ਨੂੰ ਮਿਲਣ ਆਏ ਸੀ, ਡੈਡੀ ਤੇ ਇੱਥੇ ਨਹੀਂ ਸੀ। ਤੇ ਮੈਨੂੰ ਕਹਿੰਦੇ ਵੀ ਆਹ ਸਾਡਾ ਬੰਦਾ ਵਾ ਤੇ ਇਹਨੂੰ ਆਪਾਂ ਪਾਸਟਰ ਮਸਾ ਕਰਨਾ। ਮੈਂ ਕਿਹਾ ਆਪਾਂ ਕੌਣ? ਤੁਸੀਂ ਕਰਨਾ ਕਰੋ, ਮੈਨੂੰ ਨਹੀਂ ਖੁਦਾ ਨੇ ਕੁਝ ਇਦਾਂ ਦਾ ਕਿਹਾ। ਕਹਿੰਦੇ ਡੈਡੀ ਆਪਣੇ ਨਾਲ ਫੋਨ ਤੇ ਗੱਲ ਕਰਾਓ। ਡੈਡੀ ਨਾਲ ਗੱਲ ਕੀਤੀ। ਡੈਡੀ ਨੂੰ ਮੈਂ ਦੱਸਿਆ ਇਦਾਂ ਫਲਾਣੀ ਜਗ੍ਹਾ ਤੋਂ ਆਏ ਆ।
ਡੈਡੀ ਕਹਿੰਦੇ ਉਹਨਾਂ ਨੂੰ ਕਹਿ ਦੇ ਵੀ ਜਿੱਦਣ ਯਿਸੂ ਮਸੀਹ ਸਾਨੂੰ ਕਹਿ ਦੂਗਾ ਤੁਹਾਨੂੰ ਫੋਨ ਕਰ ਦਾਂਗੇ। ਬੋਲੋ ਹਾਲੇਲੂਇਆ। ਇਹ ਜਿਹੜਾ ਕਲੀਸਿਆਈ ਕੰਮ ਆ, ਜਿਹੜਾ ਖੁਦਾ ਦਾ ਕੰਮ ਆ, ਜਿਹੜੀ ਖੁਦਾ ਦੇ ਕੋਲੋਂ ਬਰਕਤ ਲੈਣੀ, ਇਹ ਪਵਿੱਤਰ ਆਤਮਾ ਦੇ ਅਧੀਨ ਹੋ ਕੇ ਸਭ ਕੁਝ ਮਿਲਦਾ ਵਾ। ਉਦਾਂ ਭੈਣ ਸਾਰੀ ਦਿਹਾੜੀ ਟੀਵੀ ਦੇ ਅੱਗੇ ਰਿਮੋਟ ਹੀ ਨਹੀਂ ਛੱਡਦੀ, ਕਦੀ ਨਾਗਨ, ਕਦੀ ਘਰ ਘਰ ਕੀ ਕਹਾਣੀ, ਕਦੀ ਫਲਾਣ, ਕਦੀ ਟਮਕਾਣ, ਤੇ ਐਤਵਾਰ ਚਰਚ ਚ ਆ ਕੇ ਪੇਟ ਤੇ ਹੱਥ ਰੱਖ ਕੇ ਦੁਆ ਕਰਦੀ ਆ, ਪ੍ਰਭੂ ਮੇਰੀ ਸੁੰਨੀ ਗੋਦ ਨੂੰ ਭਰਦੇ ਹਾਂ ਪ੍ਰਭੂ। ਉਹਨੂੰ ਨਾਗਨ ਨੂੰ ਜਾ ਕੇ ਕਹਿ ਪਰੇ, ਯਿਸੂ ਮਸੀਹ ਕਿਉਂ ਪਰੇ? ਆਪ ਦਾ ਸਾਰਾ ਦਿਨ ਜੇ ਸ਼ੈਤਾਨੀ ਚੀਜ਼ਾਂ ਦੇ ਨਾਲ ਗੁਜ਼ਰਦਾ, ਪਵਿੱਤਰ ਆਤਮਾ ਕਿੱਦਾਂ ਤੁਹਾਡੀ ਜ਼ਿੰਦਗੀ 'ਚ ਕੰਮ ਕਰੇਗਾ? ਮੈਂ ਜੇ ਘੰਟਿਆਂ ਬੱਧੀ ਪ੍ਰਚਾਰ ਕਰ ਲੈਣਾ ਵਾ, ਇਹ ਮੇਰਾ ਟੈਲੈਂਟ ਨਹੀਂ, ਇਹ ਪਾਕ ਦਾ ਕੰਮ ਹੈ। ਹਾਲੇਲੂਇਆ। ਸਾਡੇ ਵਿੱਚੋਂ ਜਿੰਨੇ ਵੀ ਗਾਉਂਦੇ ਆ, ਵਜਾਉਂਦੇ ਆ, ਜੋ ਵੀ ਅਸੀਂ ਸੇਵਾ ਖਿਦਮਤ ਕਰਦੇ ਆ, ਇਹ ਸਭ ਪਵਿੱਤਰ ਆਤਮਾ ਦਾ ਕੰਮ ਹੈ। ਤੁਹਾਨੂੰ ਐਤਵਾਰ ਚਰਚ ਲੈ ਕੇ ਆਉਣਾ, ਪਵਿੱਤਰ ਆਤਮਾ ਦਾ ਕੰਮ ਹੈ। ਕਈ ਭੈਣ ਭਰਾ ਦੇਖੋ ਅੱਜ ਵੋਟਿੰਗ ਦੇ ਕਰਕੇ ਚਰਚ ਨਹੀਂ ਆਏ, ਠੀਕ ਹੈ? ਤੁਸੀਂ ਜਾਂ ਬੰਦਗੀ ਤੋਂ ਪਹਿਲਾਂ ਵੋਟ ਪਾਉਣ ਜਾਓ, ਜਾਂ ਬੰਦਗੀ ਖਤਮ ਹੁੰਦੀ ਉਸ ਤੋਂ ਬਾਅਦ ਵੋਟ ਪਾਉਣ ਜਾਓ। ਜੋ ਸਾਡੇ ਸਰਕਾਰ ਦੇ ਪ੍ਰਤੀ ਸਾਡਾ ਅਧਿਕਾਰ ਬਣਦਾ, ਸਾਡੇ ਫਰਜ਼ ਬਣਦੇ, ਉਹ ਵੀ ਵਰਤੋ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਸ ਸਵਰਗੀ ਪਿਤਾ ਦੇ ਪ੍ਰਤੀ ਜੋ ਸਾਡੇ ਫਰਜ਼ ਬਣਦੇ, ਉਹ ਸਭ ਤੋਂ ਪਹਿਲਾਂ ਨਿਭਾਉਣੇ ਆ। ਬੋਲੋ ਸਾਰੇ ਹਾਲੇਲੂਇਆ। ਇਸ ਲਈ ਜੇ ਅਸੀਂ ਪਵਿੱਤਰ ਆਤਮਾ ਦੇ ਨਾਲ ਸਹਿਮਤ ਹੋ ਕੇ ਚੱਲਾਂਗੇ, ਸਾਨੂੰ ਆਸ਼ੀਸ਼ ਮਿਲੇਗੀ, ਸਾਨੂੰ ਚੰਗਿਆਈ ਮਿਲੇਗੀ, ਸਾਨੂੰ ਫਲਵੰਤ ਕਰੇਗਾ ਪ੍ਰਭੂ। ਬੋਲੋ ਹਾਲੇਲੂਇਆ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਪਰਮੇਸ਼ਰ, ਮੈਂ ਦੇਖਿਆ, ਮੈਂ ਚੱਖ ਕੇ ਵੇਖਿਆ ਬੜੀ ਵਾਰੀ, ਮੈਂ ਕੱਲ ਵੀ ਚੱਖ ਕੇ ਵੇਖਿਆ ਬੜੀ ਵਾਰੀ, ਕੱਲ 10-12 ਵਾਰੀ ਚੱਖ ਕੇ ਵੇਖਿਆ ਮੈਂ। ਪਰਮੇਸ਼ਰ ਭਲਾ ਵਾ। ਬੋਲੋ ਹਾਲੇਲੂਇਆ। ਕੀ ਆ ਪਰਮੇਸ਼ਰ? ਪਰ ਕਦੋਂ? ਜਦੋਂ ਅਸੀਂ ਉਹ ਤੋਂ ਡਰਦੇ ਆ, ਉਹਦੀਆਂ ਆਗਿਆਵਾਂ ਨੂੰ ਮੰਨਦੇ ਆ, ਉਹਦੇ ਅਧੀਨ ਹੋ ਕੇ ਚੱਲਦੇ ਆ, ਉਹਦੇ ਵਿਰੋਧ 'ਚ ਨਹੀਂ ਚੱਲਦੇ, ਉਹ ਭਲਾ ਪਰਮੇਸ਼ਰ ਫਿਰ ਬਣ ਜਾਂਦਾ ਸਾਡੇ ਵਾਸਤੇ। ਹਾਲੇਲੂਇਆ। बोलो यीशु के नाम की, यीशु मसीह के नाम की। 43 आयत पढ़ना। हाँ जी, इसे दी 43 आयत। ਅਤੇ ਇਉਂ ਹੋਇਆ ਕਿ 13 पढ़ रहे ਆਪਾਂ ਚੈਪਟਰ 43 ਮੈਂ ਕਿਹਾ 53 ਪढ़ ਰਹੇ ਹਾਂ। ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂ ਚਮਕਣਗੇ। ਜਿਹਦੇ ਕੰਨ ਹੋਣ ਸੋ ਸੁਣੇ। ਜਿਹਦੇ ਕੰਨ ਹੈਗੇ ਸੋ ਕੀ ਕਰੇ? ਧਰਮੀ ਲੋਕ ਆਪਣੇ ਪਿਤਾ ਦੇ ਰਾਜ 'ਚ ਕਿੱਦਾਂ ਚਮਕਣਗੇ? ਹਾਂਜੀ, ਕਿਹਦੇ ਵਾਂਗ? ਮੈਨੂੰ ਸਾਗ ਵਾਂਗ, ਸੂਰਜ ਵਾਂਗਰ। ਇਹ ਚੜਿਆ ਲੋਕ ਯਿਸੂ ਸੱਚ ਦਾ ਚੰਦਰਮਾ। ਕਦੀ ਸਾਇੰਸ ਪੜ੍ਹੀ ਜੇ? ਜਿਹੜਾ ਚੰਦਰਮਾ ਵਾ ਸੂਰਜ ਕੋਲੋਂ ਰੋਸ਼ਨੀ ਲੈਂਦਾ ਵਾ, ਫੇਰ ਚਮਕਦਾ ਉਹ। ਯਿਸੂ ਮਸੀਹ ਚੰਦਰਮਾ ਨਹੀਂ ਆ। ਜਦੋਂ ਯਹੂਨਾ ਨੇ ਉਹਦਾ ਦਰਸ਼ਨ ਵੇਖਿਆ, ਕਹਿੰਦਾ ਉਹਦਾ ਚਿਹਰਾ ਐ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੋਵੇ। ਬੋਲੋ ਸਾਰੇ ਹਾਲੇਲੂਇਆ। ਉਹ ਜਿੰਨੇ ਸੂਰਜ ਬਣਾਇਆ ਉਹ ਆਪ ਚੰਦਰਮਾ ਵਾਂਗੂ ਚਮਕਦਾ ਵਾ। ਪਤਾ ਨਹੀਂ ਜਿੱਥੋਂ ਬੜਾ ਮਰਜੀ ਪੂਛ ਫੜ ਕੇ ਗੀਤ ਬਣਾ ਲੈਂਦੇ ਆ। ਇਹ ਜੀ ਸਾਡੇ ਘਰ ਵਿੱਚ ਬੱਕਰੀ ਸੂਈ, ਸਭ ਦੇਣ ਵਧਾਈਆਂ ਆਣ ਕੇ, ਤੇ ਗੀਤ ਬਣਾ ਲਿਆ। ਸਾਡੇ ਘਰ ਵਿੱਚ ਬੰਦਗੀ ਹੋਈ, ਸਭ ਦੇਣ ਵਧਾਈਆਂ ਆਣ ਕੇ। ਗੀਤ ਬਣਾ ਲਿਆ ਯਿਸੂ ਦਾ ਪਿਆਰ ਕਮਾਲ ਬੱਲੇ ਬੱਲੇ। ਅਸਲੀ ਗੀਤ ਪਤਾ ਕੀ? ਗੋਰੀ ਦਾ ਪਿਆਰ ਕਮਾਲ ਬੱਲੇ ਬੱਲੇ। ਉਹ ਭੂਤਾਂ ਦੇ ਸ਼ੈਤਾਨੀ ਗੀਤ ਫੜ ਫੜ ਕੇ ਤੇ ਉਹਨੂੰ ਉੱਤੇ ਯਿਸੂ ਦਾ ਨਾਂ ਠੱਪਦੇ ਜੇ। ਬਹੁਤ ਵੱਡੇ ਬੇਵਕੂਫ ਜੇ। ਇਹ ਵੀ ਪਵਿੱਤਰ ਆਤਮਾ ਦਾ ਵਿਰੋਧ ਹੈ। ਗੀਤ ਲਿਖਣਾ ਚਾਹੁੰਦੇ ਜੇ, ਗੀਤ ਬੋਲਣਾ ਚਾਹੁੰਦੇ ਜੇ, ਬਹਿ ਕੇ ਦੁਆ ਕਰੋ, ਪਵਿੱਤਰ ਆਤਮਾ ਨੂੰ ਕਹੋ, ਉਹ ਤੁਹਾਨੂੰ ਵਧੀਆ ਸ਼ਬਦ ਦੇਗਾ। ਹਾਲੇਲੂਇਆ। ਧਰਮੀ ਲੋਕ ਚਮਕਣਗੇ। ਇਹ ਥੋੜਾ ਵੀ ਉਹਨੇ ਚੋਰਾਂ ਨੂੰ ਚਮਕਾਉਣਾ ਸਵਰਗ ਦੇ ਰਾਜ ਵਿੱਚ, ਦੁਸ਼ਟਾਂ ਨੂੰ ਚਮਕਾਉਣਾ। ਉਹ ਧਰਮੀਆਂ ਨੂੰ ਸਵਰਗ ਦੇ ਵਿੱਚ ਲੈ ਕੇ ਜਾਏਗਾ ਤੇ ਉਹਦੇ ਧਰਮੀ ਲੋਕ ਪਰਮੇਸ਼ਰ ਦੇ ਰਾਜ ਵਿੱਚ ਕਿੱਦਾਂ ਚਮਕਣਗੇ? ਲਿਖਿਆ ਸੂਰਜ ਦੀ ਤਰ੍ਹਾਂ। 41 ਆਇਤ ਪੜ੍ਹ ਦਿਓ।
ਮਨੁੱਖ ਦਾ ਪੁੱਤਰ ਆਪਣਿਆਂ ਦੂਤਾਂ ਨੂੰ ਘੱਲੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਿਆਂ ਕਰਨਗੇ। ਪਰਮੇਸ਼ਰ ਦਾ ਪੁੱਤਰ ਪ੍ਰਭੂ ਯਿਸੂ ਆਪਣੇ ਸਵਰਗਦੂਤਾਂ ਨੂੰ ਘੱਲੇਗਾ ਤੇ ਲਿਖਿਆ ਪਰਮੇਸ਼ਰ ਦੇ ਰਾਜ ਵਿੱਚ ਜਿਹੜੇ ਰਹਿ ਕੇ ਜਿਹੜੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਵਾ, ਜਿਹੜੇ ਕੁਕਰਮੀ ਨੇ ਉਹਨਾਂ ਨੂੰ ਇਕੱਠਿਆਂ ਕੀਤਾ ਜਾਏਗਾ। ਹਾਂਜੀ, ਫਿਰ ਅਤੇ ਉਹਨਾਂ ਨੂੰ ਭਖ ਦੇ ਭੱਠੇ ਵਿੱਚ ਸੁੱਟ ਦੇਣਗੇ। ਕਿੱਥੇ ਸੁੱਟਣਗੇ? ਬੋਲੋ ਬੋਲੋ, ਆਪਣੇ ਮੂੰਹ ਤੋਂ ਬੋਲੋ, ਕਿੱਥੇ ਜਾਣਗੇ? ਕੌਣ ਭਲਾ? ਜਿਹੜੇ ਖੁਦਾ ਦੇ ਰਾਜ ਵਿੱਚ ਰਹਿ ਕੇ ਕੁਕਰਮੀ ਬਣਦੇ ਨੇ, ਦੂਜਿਆਂ ਲਈ ਠੋਕਰ ਦਾ ਕਾਰਨ ਬਣਦੇ ਨੇ। ਹਾਂਜੀ, ਅੱਗੇ। ਉੱਥੇ ਰੋਣਾ ਅਰ ਕਚੀਚੀਆਂ ਵਟਣਾ ਹੋਵੇਗਾ। ਕੀ ਹੋਵੇਗਾ ਉੱਥੇ? ਰੋਣਾ ਤੇ ਕਚੀਚੀਆਂ ਵਟਣਾ। ਸਮਝਦੇ ਜੇ? ਵੇਖਣਾ ਕਈ ਨਿਆਣੇ ਰੋਂਦੇ ਹੁੰਦੇ। ਜੇ ਤੂੰ ਅੱਜ ਖੁਦਾ ਦੀ ਹਜ਼ੂਰੀ 'ਚ ਬਹਿ ਕੇ ਕਚੀਚੀਆਂ ਵੱਟ ਕੇ ਨਹੀਂ ਰੋਂਦਾ, ਸੁਣਿਓ ਮੇਰੀ ਗੱਲ ਧਿਆਨ ਨਾਲ, ਆਪ ਨੂੰ ਮੈਂ ਆਇਤ ਪੜਾਈ, ਜਿਹਦੇ ਕੰਨ ਹਨ ਸੋ ਕੀ ਕਰ ਲੇ, ਉਹ ਸੁਣ ਲੇ। ਜੇ ਤੁਸੀਂ ਅੱਜ ਖੁਦਾ ਦੀ ਹਜ਼ੂਰੀ 'ਚ ਬਹਿ ਕੇ ਕਚੀਚੀਆਂ ਵੱਟ ਕੇ ਨਹੀਂ ਰੋਂਦੇ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ, ਤੇ ਫਿਰ ਅੱਗ ਦੀ ਭੱਠੀ 'ਚ ਜਾ ਕੇ ਕਚੀਚੀਆਂ ਵੱਟ ਕੇ ਰੋਣਾ ਪਵੇਗਾ। ਲੈ, ਦੁਆ ਇਦਾਂ ਨਹੀਂ ਹੁੰਦੀ। ਇਹ ਰੋ ਕੇ ਦੁਆ ਕਿਉਂ ਕਰਦੇ? ਉਦਾਂ ਨਹੀਂ ਹੁੰਦੀ। ਦੱਸ ਦੁਆ। ਆਂਟੀ ਸਾਡੀ ਇੱਕ ਦੁਆ ਕਰੇ, ਉਹਦਾ ਘਰ ਵਾਲਾ ਪੈਗ ਲਾ ਕੇ ਆ ਗਿਆ ਤੇ ਉਹ ਵਿਚਾਰੀ ਇਦਾਂ ਹੀ ਰੋ ਕੇ ਚੀਚੀਆਂ ਲੈ ਕੇ ਦੁਆ ਕਰਨ ਦੀ। ਉਹ ਆ ਕੇ ਬਹਿ ਗਿਆ, ਪੂਰਾ ਟੌਨ ਹੋਇਆ, ਆ ਮੈਂ ਮਰ ਗਿਆ, ਆ ਮੈਂ ਮਰ ਗਿਆ, ਇਦਾਂ ਕਰਨ ਦੀ ਆ ਹੈ। ਉਹ ਦੁਆ ਕਰੀ ਜਾਵੇ ਤੇ ਉਹ ਆਪਣੀ ਦੁਆ ਕਰੀ ਜਾਵੇ। ਤੇ ਦਾ ਤੂੰ ਮਰਿਆ ਹੀ ਆ ਜਿਹੜਾ ਤੂੰ ਰੱਬ ਦੇ ਘਰ ਨਹੀਂ ਜਾਣਾ। ਕਲਾਮ 'ਚ ਲਿਖਿਆ ਜਿਉਂਦੇ ਖੁਦਾ ਦੀ ਆਰਾਧਨਾ ਕਰਦੇ ਆ। ਹਾਲੇਲੂਇਆ। ਜਿਹੜੇ ਮੁਰਦੇ ਆ ਉਹ ਖੁਦਾ ਦੀ ਆਰਾਧਨਾ ਨਹੀਂ ਕਰ ਸਕਦੇ। ਆ ਮਰੇ ਹੀ ਹੁੰਦੇ ਆ ਜਿਹੜੇ ਐਤਵਾਰ ਨੂੰ ਬੰਦਗੀ ਤੇ ਨਹੀਂ ਆਉਂਦੇ। ਐਵੇਂ ਹੈ ਨਾਲੀਆਂ ਤੇ ਬਹਿ ਕੇ ਨਾਲੀ ਸੁੰਗੀ ਜਾਂਦੇ ਤੇ ਨਾਲੇ ਇਹਨਾਂ ਬੜਾ ਰੌਲਾ ਪਾਇਆ ਸਪੀਕਰ 'ਚ, ਹੈ ਇਹਨਾਂ ਨੂੰ ਕੋਈ ਕੰਮ ਕਾਰ ਨਹੀਂ ਹੈਗਾ। ਜਿੱਦਾਂ ਨਾ ਬੜੇ ਸਿਆਣੇ ਹੁੰਦੇ ਆ, ਬਹੁਤੇ ਸਿਆਣੇ ਸਮਝਦੇ ਆਪਣੇ ਆਪ ਨੂੰ ਵੀ ਜੇ ਤੂੰ ਸਿਆਣਾ ਹੋਵੇਂ ਤੇ ਤੂੰ ਨਾਲੀ ਦੇ ਕੰਢੇ ਪਵੇਂ ਜਿੱਥੇ ਸਾਰੇ ਪਿੰਡ ਦਾ ਜੰਗਲ ਪਾਣੀ ਜਾਂਦਾ। ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਆਪਣੇ ਬਾਰੇ ਕਹਿ ਰਿਹਾ, ਮਨੁੱਖ ਦਾ ਪੁੱਤਰ ਯਾਨੀ ਕਿ ਪਰਮੇਸ਼ਰ ਦਾ ਪੁੱਤਰ ਯਾਨੀ ਕਿ ਯਿਸੂ ਆਪਣੇ ਦੂਤਾਂ ਨੂੰ ਘੱਲੇਗਾ। ਉਹਦੇ ਰਾਜ ਵਿੱਚ ਜਿੰਨੀਆਂ ਵੀ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਵਾ, ਜਿੰਨੇ ਵੀ ਕੁਕਰਮੀ ਲੋਕ ਵਾ, ਉਹਨਾਂ ਨੂੰ ਇਕੱਠਾ ਕੀਤਾ ਜਾਏਗਾ ਤੇ ਇਕੱਠਾ ਕਰਕੇ ਲਿਖਿਆ ਉਹਨਾਂ ਨੂੰ ਅੱਗ ਦੀ ਭੱਠੀ 'ਚ ਸੁੱਟ ਦਿੱਤਾ ਜਾਏਗਾ। ਉੱਥੇ ਰੋਣਾ ਤੇ ਕਚੀਚੀਆਂ ਵੱਟਣਾ ਹੋਏਗਾ। ਹਾਲੇਲੂਇਆ। ਮੈਂ ਤੇ ਅੱਗ ਦੀ ਭੱਠੀ ਤੋਂ ਪਹਿਲਾਂ ਹੀ ਕਈਆਂ ਨੂੰ ਵੇਖਿਆ ਜੇ, ਜਦੋਂ ਚੰਗੇ ਭਲੇ ਹੁੰਦੇ ਉਹਨਾਂ ਨੂੰ ਕਹੀਦਾ ਨਾ ਬੰਦਗੀ ਤੇ ਆ ਕਰੋ, ਕੀ ਖਵਾਓਗੇ? ਮੁੜ ਕੇ ਦੁਆ ਕਰਾਉਂਦੇ ਆ। ਸਾਡਾ ਇੱਕ ਯਾਰ ਸੀ, ਮੇਰਾ ਹੀ ਯਾਰ ਸੀ, ਉਹਨੂੰ ਮੈਂ ਜਦੋਂ ਬੰਦਗੀ ਦਾ ਕਹਿਣਾ ਫਿਰ ਉਹਨਾਂ ਕੀ ਖਵਾਉਣਾ। ਚਲੋ ਸਮਾਂ ਲੰਘਦਾ ਗਿਆ, ਕਈ ਸਾਲ ਲੰਘ ਗਏ। ਇੱਕ ਦਿਨ ਇਦਾਂ ਕਿਸੇ ਦੇ ਘਰ ਬੈਠੇ, ਠੀਕ ਆ, ਉਹਨਾਂ ਨੇ ਬਰਫੀ ਚਮ ਠੀਕ ਆ, ਵਾਵਾ ਮਿੱਠੀਆਂ ਚੀਜ਼ਾਂ, ਚਾਹ ਵੀ ਲਿਆਤੀ। ਮੈਂ ਉਹਦੇ ਵੱਲ ਪਲੇਟ ਕਰਾਂ ਤੇ ਨਹੀਂ ਖਾਓ ਤੁਸੀਂ। ਮੈਂ ਵੀ ਖਾਊਂਗਾ, ਮੈਂ ਕਿਹੜੀ ਸਾਰੀ ਪਲੇਟ ਖਾ ਲੈਣੀ, ਮੈਂ ਕਿਹੜਾ ਹਨੇਰ ਹੋਇਆ ਮੈਨੂੰ, ਖਾ ਤੂੰ। ਨਹੀਂ ਹੈ। ਉਹ ਘਰ ਵਾਲੇ ਮੈਨੂੰ ਕਹਿੰਦੇ ਵੀ ਇਹਨੂੰ ਸ਼ੂਗਰ ਹੋ ਗਈ ਆ। ਕਿਆ ਸਮਝੇ? ਕੀ ਹੋ ਗਈ ਹੁਣ? ਜਿਹੜਾ 24 ਘੰਟੇ ਕਹਿੰਦਾ ਰਹਿੰਦਾ ਹੁੰਦਾ ਕੀ ਖਵਾਓਗੇ, ਕੀ ਖਵਾਓਗੇ। ਮੈਂ ਫਿਰ ਕਿਹਾ, ਮੈਂ ਹਾਂ ਵੇਖ ਯਾਰ, ਤੂੰ ਸਦਾ ਹੀ ਮੈਨੂੰ ਪੁੱਛਦਾ ਹੈ ਕੀ ਖਵਾਓਗੇ, ਵੇਖ ਕਿੰਨਾ ਕੁਝ ਖਾ, ਫੜ ਖਾ। ਕਹਿੰਦਾ ਤੁਸੀਂ ਤੇ ਹੁਣ ਟੀਚਰਾਂ ਕਰਦੇ ਜੇ। ਮੈਂ ਤੁਹਾਨੂੰ ਨਹੀਂ ਟੀਚਰਾਂ ਕਰਦਾ ਹੁੰਦਾ। ਸਾਰੇ ਰਲ ਕੇ ਏਲੀਆ ਨੂੰ ਟੀਚਰਾਂ ਕਰਦੇ ਸੀ। ਏਲੀਆ ਕਹਿੰਦਾ ਇੱਕ ਦਿਨ ਫਰਾ ਗਿਆ ਉਹ ਜੋਸ਼ 'ਚ, ਕਹਿੰਦਾ ਕਿਉਂ ਆਪਾਂ ਇਹ ਦੋ ਟੰਗਾਂ ਤੇ ਖੜੇ ਰਹਿਣਾ ਹੈ, ਕਦੀ ਉਧਰ ਕਦੀ ਉਧਰ। ਕਹਿੰਦਾ ਜੇ ਯਹੋਵਾ ਪਰਮੇਸ਼ਰ ਆਪਾਂ ਉਹਦੀ ਉਪਾਸਨਾ ਕਰੀਏ, ਜੇ ਬਵਾਲ ਦੇਵਤਾ ਪਰਮੇਸ਼ਰ ਤੇ ਆਪਾਂ ਉਹਦੀ ਉਪਾਸਨਾ ਕਰੀਏ। ਤੇ ਕਹਿੰਦਾ ਤੁਸੀਂ ਜੇ ਜ਼ਿਆਦਾ ਜਣੇ ਤੇ ਮੈਂ ਤੇ ਆ ਇਕੱਲਾ, ਤੇ ਪਹਿਲਾਂ ਤੁਹਾਡੀ ਵਾਰੀ। ਸ਼ਰਤ ਰੱਖ ਲਈ। ਸ਼ਰਤ ਕੀ ਸੀ?
ਕੁਰਬਾਨੀ ਚੜਾਉਣੀ ਆ, ਅੱਗ ਨਹੀਂ ਲਾਉਣੀ, ਅੱਗ ਪਰਮੇਸ਼ਰ ਘੱਲੇਗਾ। ਹਾਲੇਲੂਇਆ। ਕਹਿੰਦਾ ਜੇ ਤੁਹਾਡਾ ਦੇਵਤਾ ਅੱਗ ਘੱਲ ਦੇ ਤੇ ਉਹ ਪਰਮੇਸ਼ਰ, ਤੇ ਜੇ ਮੇਰਾ ਪਰਮੇਸ਼ਰ ਅੱਗ ਘੱਲ ਦੇ ਫਿਰ ਉਹ ਪਰਮੇਸ਼ਰ। ਕਲਾਮ ਦੇ ਵਿੱਚ ਲਿਖਿਆ ਉਹਨਾਂ ਨੇ ਕੁਰਬਾਨੀ ਜਬਾ ਕਰਕੇ ਜਗਵੇਦੀ ਤੇ ਰੱਖ ਦਿੱਤੀ ਡੈ ਪਏ ਆਪਣੇ ਦੇਵਤੇ ਦੇ ਅੱਗੇ ਹੂਲਾ ਲਾਲਾ ਕਰਨ ਹੈ, ਠੀਕ ਆ। ਉਹ ਦੁਪਹਿਰ ਤੱਕ ਕਰਦੇ ਰਹੇ। ਏਲੀਆ ਤਾਂ ਪਹਿਲਾਂ ਚੁੱਪ ਕਰਕੇ ਇਦਾਂ ਵੇਂਦਾ ਰਿਹਾ। ਜਦੋਂ ਦੁਪਹਿਰ ਦਾ ਟਾਈਮ ਲੰਘਿਆ, ਲਿਖਿਆ ਉਹਨਾਂ ਨੇ ਆਪਣੇ ਆਪ ਨੂੰ ਚਾਕੂਆਂ ਛੁਰੀਆਂ ਦੇ ਨਾਲ ਵੀ ਘਾਇਲ ਕੀਤਾ। ਤਾਂ ਏਲੀਆ ਫਿਰ ਉੱਠਿਆ। ਹਾਲੇਲੂਇਆ। ਕਹਿੰਦੇ ਜੇ ਆਪਾਂ ਕਿਸੇ ਨੂੰ ਮੰਨਦੇ ਨਹੀਂ ਨਾ, ਮਾੜਾ ਨਹੀਂ ਕਹਿਣਾ ਚਾਹੀਦਾ। ਉਹ ਜਿਹੜਾ ਤੁਹਾਨੂੰ ਦਾਬੇ ਕਰਦਾ ਆ ਕੇ ਤੁਹਾਡੇ ਮਿਆਂਕ ਕੱਢ ਦਿੰਦਾ, ਉਹਨੂੰ ਮਾੜਾ ਕਿਉਂ ਨਹੀਂ ਕਹਿਣਾ? ਏਲੀਆ ਉੱਠ ਕੇ ਕਹਿੰਦਾ ਉਹ ਲਾਓ ਹੋਰ ਜ਼ੋਰ ਲਾਓ, ਸੁੱਤਾ ਹੋਣਾ ਜੇ, ਉਹ ਵਾਂਢੇ ਗਿਆ ਹੋਣਾ ਜੇ, ਕਹਿੰਦਾ ਉਹ ਸੋਚੇ ਪਿਆ ਹੋਣਾ ਜੇ। ਕਈ ਤਰ੍ਹਾਂ ਦੇ ਉਹਨਾਂ ਨੂੰ ਮਖੌਲ ਕੀਤੇ। ਉਹ ਥੱਕ ਹਾਰ ਕੇ ਵਿਚਾਰੇ ਡਿੱਗ ਗਏ। ਦੇਖੋ ਇੱਕ ਬੰਨੇ 750 ਪੁਜਾਰੀ ਸ਼ੈਤਾਨ ਦੇ, ਦੂਜੇ ਪਾਸੇ ਏਲੀਆ ਕੱਲਾ। ਕਲਾਮ 'ਚ ਲਿਖਿਆ ਜਦੋਂ ਉਹ ਥੱਕ ਹਾਰ ਗਏ, ਏਲੀਆ ਨੇ ਪਰਮੇਸ਼ਰ ਦੀ ਉਹ ਜਗਵੇਦੀ ਜਿਹੜੀ ਟੁੱਟੀ ਹੋਈ ਸੀ, ਕਿਉਂਕਿ ਉਹ ਰਾਣੀ ਈਜੇਬਲ ਨੇ ਤੋੜ ਦਿੱਤੀ ਸੀ, ਉਸ ਜਗਵੇਦੀ ਨੂੰ ਉਹਨੇ ਬਣਾਇਆ, ਉਹਨੂੰ ਫਿਰ ਤੋਂ ਸੈੱਟ ਕੀਤਾ, ਬਲਦ ਜ਼ਬਾ ਕਰਕੇ ਉਹਦੇ ਤੇ ਰੱਖ ਦਿੱਤਾ, ਉਹਦੇ ਆਲੇ ਦੁਆਲੇ ਟੋਇਆ ਪੁੱਟਿਆ ਉਹਨਾਂ ਕੋ ਬਾਰ-ਬਾਰ ਉਹਦੇ ਤੇ ਪਾਣੀ ਪਵਾਇਆ। ਘੁਟਨੇ ਟੇਕ ਕੇ ਕਹਿੰਦਾ ਪਰਮੇਸ਼ਰ ਅੱਜ ਇਹਨਾਂ ਲੋਕਾਂ ਤੇ ਸਾਬਤ ਕਰ ਦੇ ਕਿ ਤੂੰ ਸੱਚਾ ਜਿੰਦਾ ਪਰਮੇਸ਼ਰ ਹੈ ਤੇ ਮੈਂ ਤੇਰਾ ਦਾਸ ਹਾਂ। ਲਿਖਿਆ ਇੰਨੀ ਜ਼ੋਰ ਦੀ ਅੱਗ ਆਈ ਉਸ ਕੁਰਬਾਨੀ ਨੂੰ, ਉਸ ਜਗਵੇਦੀ ਨੂੰ ਜਿਹੜੀ ਪੱਥਰ ਦੀ ਸੀ, ਪਾਣੀ ਨੂੰ ਸਭ ਕਾਹੇ ਨੂੰ ਚੱਟ ਕਰ ਗਈ। ਹੱਥ ਉਠਾ ਕੇ ਬੋਲੋ ਸਾਰੇ ਹਾਲੇਲੂਇਆ। ਏਲੀਆ ਪਵਿੱਤਰ ਆਤਮਾ ਦੇ ਨਾਲ ਸਹਿਮਤ ਸੀ। ਹਾਲੇਲੂਇਆ। ਇਹ ਕਰਕੇ ਸ਼ੈਤਾਨੀ ਲੋਕਾਂ ਦਾ ਸਾਹਮਣਾ ਨਹੀਂ ਕਰ ਸਕੇ। ਅੱਜ ਕੋਈ ਆਪਣੇ ਜੁੰਡੀ ਦੇ ਯਾਰ ਨਾਲ ਸਹਿਮਤ ਵਾ, ਠੀਕ ਆ, ਕੋਈ ਆਪਣੀ ਯਾਰਨੀ ਨਾਲ ਸਹਿਮਤ ਵਾ, ਕੋਈ ਨਸ਼ਾ ਵੇਚਣ ਵਾਲਿਆਂ ਨਾਲ ਸਹਿਮਤ ਵਾ, ਠੀਕ ਆ, ਕੋਈ ਰਿਸ਼ਤੇਦਾਰਾਂ ਨਾਲ ਸਹਿਮਤ ਵਾ। ਆਪਾਂ ਯਿਸੂ ਨਾਲ ਕਿਦਣ ਸਹਿਮਤ ਹੋਣਾ? ਪਵਿੱਤਰ ਆਤਮਾ ਨਾਲ ਸਹਿਮਤੀ ਕਰੋ। ਖੁਦਾ ਦੀ ਹਜ਼ੂਰੀ 'ਚ ਬਹਿ ਕੇ ਅੱਜ ਕਚੀਚੀਆਂ ਵੱਟ ਕੇ ਰੋਇਆ ਕਰੋ, ਪ੍ਰਭੂ ਮੇਰਾ ਘਰਾਣਾ ਬਚਾ ਲਾ, ਪ੍ਰਭੂ ਮੇਰਾ ਪਤੀ ਬਚਾ ਲਾ, ਪ੍ਰਭੂ ਮੇਰੇ ਬੱਚਿਆਂ ਨੂੰ ਬਚਾ ਲਾ। ਔਰ ਉਹ ਬਚਾਏ ਜਾਣਗੇ। ਬੋਲੋ ਸਾਰੇ ਹਾਲੇਲੂਇਆ। ਕੀ ਕੀਤੇ ਜਾਣਗੇ? ਉਹ ਉੱਚੀ ਬੋਲੋ ਫਿਰ ਸੇ, ਕੀ ਕੀਤੇ ਜਾਣਗੇ? ਉਹ ਬਚਾਏ ਜਾਣਗੇ। ਪਰ ਜੇ ਅੱਜ ਤੁਸੀਂ ਤੁਹਾਡੇ 24 ਘੰਟੇ ਟਿਚਰਾਂ ਮਖੌਲਾਂ 'ਚ ਹਾਸੇ ਮਜ਼ਾਕ 'ਚ ਲੰਘਦੇ ਆ, ਇੱਕ ਦਿਨ ਆਪ ਨੂੰ ਅੱਗ ਦੀ ਭੱਠੀ 'ਚ ਸੁੱਟ ਦਿੱਤਾ ਜਾਏਗਾ, ਫਿਰ ਉੱਥੇ ਬਹਿ ਕੇ ਰੋਇਓ ਤੇ ਕਚੀਚੀਆਂ ਵੱਟਿਓ। ਅੱਜ ਪਵਿੱਤਰ ਆਤਮਾ ਆਵਾਜ਼ਾਂ ਮਾਰਦਾ ਹੈ, ਤੌਬਾ ਕਰੋ ਤੇ ਮੁੜੋ, ਤੁਹਾਡੇ ਪਾਪ ਮਿਟਾਏ ਜਾਣਗੇ। ਤੇ ਪ੍ਰਭੂ ਦੇ ਹਜ਼ੂਰੋਂ ਕਿਹੜੇ ਦਿਨ ਆ ਜਾਣਗੇ? ਸੁੱਖ ਦੇ ਦਿਨ ਆ ਜਾਣਗੇ। ਮਤੀ ਦੀ ਅੰਜੀਲ ਉਹਦਾ 11 ਅਧਿਆਏ ਉਹਦੀ 28 ਆਇਤ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਪ੍ਰਭੂ ਯਿਸੂ ਕਹਿੰਦਾ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਕਿਹਦੇ ਕੋਲ ਆਓ ਕਹਿੰਦਾ? ਯਿਸੂ ਨਾਲ ਕਿੱਥੇ ਮੁਲਾਕਾਤ ਹੁੰਦੀ ਆ? ਉਹਦੀ ਹਜ਼ੂਰੀ 'ਚ ਆ ਕੇ, ਉਹਦੇ ਘਰ ਦੇ ਵਿੱਚ ਆ ਕੇ। ਇਹ ਸਾਰੇ ਥੱਕੇ ਹੋਇਓ, ਬੋਝ ਹੇਠ ਦੱਬੇ ਹੋਇਓ, ਯਿਸੂ ਕਹਿੰਦਾ ਮੇਰੇ ਕੋਲ ਆ ਜਾਓ, ਤੁਹਾਨੂੰ ਆਰਾਮ ਦੇਵਾਂਗਾ। 29 ਆਇਤ, ਮੇਰਾ ਜੂੜਾ ਆਪਣੇ ਉੱਤੇ ਲੈ ਲਵੋ। ਹਾਲੇਲੂਇਆ। ਕੀ ਕਹਿੰਦਾ ਪ੍ਰਭੂ? ਮੇਰਾ ਜੂੜਾ ਆਪਣੇ ਉੱਤੇ ਲੈ ਲਓ। ਕੀ ਆ ਉਹਦਾ ਜੂੜਾ? ਉਹਦਾ ਜੂੜਾ ਉਹਦਾ ਵਚਨ ਜੇ, ਉਹਨੂੰ ਆਪਣੇ ਉੱਤੇ ਲੈ ਲੈਣਾ ਵਾ। ਔਰ ਲਿਖਿਆ ਮੇਥੋਂ ਸਿੱਖੋ। ਕੀ ਕਹਿੰਦਾ ਪ੍ਰਭੂ ਯਿਸੂ? ਕਿਹਦੇ ਕੋ ਸਿੱਖੋ? ਪ੍ਰਭੂ ਕੋ ਸਿੱਖੋ, ਉਹਦੇ ਸੇਵਕਾਂ ਕੋ ਸਿੱਖੋ। ਕਿਉਂ? ਜੋ ਮੈਂ ਕੋਮਲ ਤੇ ਮਨ ਦਾ ਗਰੀਬ ਹਾਂ ਤੇ ਤੁਸੀਂ ਆਪਣੇ ਜੀਆਂ ਵਿੱਚ ਆਰਾਮ ਪਾਓਗੇ। ਕਿੰਨਾ ਚਿਰ ਆਰਾਮ ਪਾਓਗੇ? ਉੱਚੀ ਦਿੱਤੀ ਬੋਲੋ, ਕਿੰਨਾ ਚਿਰ ਆਰਾਮ ਮਿਲੂ ਤੁਹਾਨੂੰ ਆਪਣੇ? ਤੇ ਕਈ ਕਹਿੰਦੇ ਆ ਸਾਡਾ ਤੇ ਟੱਬਰ ਹੀ ਨਾ ਵੱਢਣ ਹੀ ਵਾਲਾ ਲੈ ਪਿਆ। ਕੰਮ ਹੀ ਇਦਾਂ ਦੇ ਟੱਬਰ ਦੇ, ਕਿਸੇ ਦਾ ਮੂੰਹ ਆਉਣ ਨੂੰ, ਕਿਸੇ ਦਾ ਮੂੰਹ ਆਉਣ ਨੂੰ, ਕਿਸੇ ਦੀ ਰਗ ਵੱਖਰੀ, ਕਿਸੇ ਦੀ ਵੱਖਰੀ।
ਪਰਮੇਸ਼ਰ ਕਹਿੰਦਾ ਤੁਸੀਂ ਆਪਣੇ ਜੀਆਂ 'ਚ ਆਰਾਮ ਪਾਓਗੇ ਜੇ ਤੁਸੀਂ ਮੇਰਾ ਜੂਲਾ ਆਪਣੇ ਉੱਤੇ ਲੈ ਲਓਗੇ। ਆਖਰੀ ਆਇਤ ਪੜਾਂਗੇ 30। ਕਿਉਂ ਜੋ ਮੇਰਾ ਜੂਲਾ ਹੌਲਾ ਤੇ ਮੇਰਾ ਭਾਰ ਹਲਕਾ ਹੈ। ਬੋਲੋ ਪ੍ਰਭੂ ਦਾ ਭਾਰ ਕੀ ਆ? ਫਿਰ ਸੇ ਬੋਲੋ ਪ੍ਰਭੂ ਦਾ ਭਾਰ। ਹਾਂ, ਤੇ ਸ਼ੈਤਾਨ ਦਾ ਭਾਰ ਉਹ ਕਰਦਾ ਨਾ ਦਾਬਾ। ਮੈਂ ਸ਼ਾਇਦ ਅੱਗੇ ਵੀ ਤੁਹਾਨੂੰ ਗੱਲ ਸੁਣਾਈ ਆ। ਦਾਦਾ ਸਾਡਾ ਦੱਸਦਾ ਬਰਿਆਰ ਪਿੰਡ ਵਾਹੀ ਕਰਦਾ ਹੁੰਦਾ ਸੀ। ਕਹਿੰਦਾ ਇਦਾਂ ਪੈਲੀ ਵਾਹ ਕੇ, ਕਿਉਂਕਿ ਬਲਦਾਂ ਨਾਲ ਤੋਂ ਵਾਹੀ ਖੇਤੀ ਹੁੰਦੀ ਸੀ, ਕਹਿੰਦਾ ਪੈਲੀ ਵਾਹ ਕੇ ਤੇ ਮੈਂ ਇਦਾਂ ਲੰਮੇ ਪੈ ਗਿਆ ਤੇ ਇੱਕ ਆ ਕੇ ਮੇਰੀ ਛਾਤੀ ਤੇ ਬਹਿ ਗਿਆ। ਦੱਸ ਭਲਾ ਮੈਂ ਕੌਣ ਆ? ਤੇ ਕਹਿੰਦਾ ਵੀ ਉਹ ਜਿਹੜੇ ਡੰਡੇ ਨਾਲ ਬੈਂਤ ਦੀ ਸੋਟੀ ਸੀ ਉਹ ਲਾਗੇ ਹੀ ਮੇਰੇ ਪਈ। ਕਹਿੰਦਾ ਮੈਂ ਅੰਦਰੋਂ ਆਵਾਜ਼ ਤੇ ਮੇਰੀ ਨਿਕਲੇ ਨਾ, ਤੇ ਕਹਿੰਦਾ ਮੈਂ ਅੰਦਰੋਂ ਅੰਦਰ ਕਵਾਂ ਇੱਕ ਵਾਰੀ ਸੋਟੀ ਹੱਥ ਆ ਲੈਂਦੇ ਫੇਰ ਤੈਨੂੰ ਦੱਸਦਾ। ਉਹ ਕਹੇ ਬੁੱਝ ਭਲਾ ਮੈਂ ਕੌਣ ਆ? ਕਹਿੰਦਾ 3-4 ਵਾਰੀ ਨੇ ਏਦਾਂ ਕੀਤਾ, ਕਹਿੰਦਾ ਮੇਰੀ ਤੇ ਚੀਚੀ ਵੀ ਨਾ ਹਿੱਲੀ। ਤੇ ਕਹਿੰਦਾ ਮੁੜ ਕੇ ਏਦਾਂ ਕਹਿੰਦਾ ਉਹ ਗਾਇਬ ਹੋ ਗਿਆ। ਤੇ ਕਹਿੰਦਾ ਫੇਰ ਮੇਰਾ ਸਰੀਰ ਕੁਝ ਕਾਇਮ ਹੋਇਆ ਤੇ ਕਹਿੰਦਾ ਮੈਂ ਸੋਟੀ ਫੜ ਕੇ ਹਵਾ 'ਚ ਕਿਹੜਾ ਵਾ ਆ ਹੁਣ ਸਾਹਮਣੇ। ਸ਼ੈਤਾਨ ਦਾ ਬੜਾ ਭਾਰ ਜੇ, ਉਹ ਤੁਹਾਨੂੰ ਹਿੱਲਣ ਨਹੀਂ ਦਿੰਦਾ ਕਿਸੇ ਪਾਸੇ, ਪਰ ਮੇਰੇ ਯਿਸੂ ਦਾ ਬਿਲਕੁਲ ਨਹੀਂ ਭਾਰ ਹੈਗਾ। ਉਹ ਬੱਦਲਾਂ ਤੇ ਸਵਾਰ ਹੋ ਕੇ ਗਿਆ ਸੀ ਤੇ ਉਹਨੇ ਬੱਦਲਾਂ ਤੇ ਸਵਾਰ ਹੋ ਕੇ ਆਉਣਾ ਜੀ। ਹਾਲੇਲੂਇਆ। ਜਿਹਦਾ ਭਾਰ ਹੁੰਦਾ ਉਹਨੂੰ ਬੱਦਲ ਕਿੱਦਾਂ ਚੁੱਕ ਲੈਂਦੇ? ਬੱਦਲ ਤੇ ਪਾਣੀ ਹੁੰਦੇ। ਜਿਹਦਾ ਭਾਰ ਹੁੰਦਾ ਤੇ ਉਹ ਪਾਣੀ ਤੇ ਥੋੜਾ ਚੱਲਣਾ ਸੀ ਉਹਨੇ। ਉਹਦਾ ਕੋਈ ਭਾਰ ਨਹੀਂ ਹੈਗਾ। ਬੋਲੋ ਹਾਲੇਲੂਇਆ। ਹਾਂ, ਕਹਿੰਦੇ ਵੀ ਕਹਾਣੀ ਬਣਾਈ ਹੈ। ਕਹਿੰਦੇ ਵੀ ਖੋਤੇ ਨੂੰ ਕਿਸੇ ਨੇ ਪੁੱਛਿਆ ਉਹ ਜਦੋਂ ਯਿਸੂ ਤੇਰੇ ਤੇ ਚੜਿਆ ਸੀ ਕਿੰਨਾ ਕੁ ਭਾਰ ਸੀ? ਉਹ ਕਹਿੰਦਾ ਭਰਾਵਾ ਉਦਾਂ ਸਗੋਂ ਮੈਂ ਭਾਰਾ ਜਿਹਾ ਚੱਲਦਾ ਸੀ, ਜਦੋਂ ਯਿਸੂ ਚੜਿਆ ਮੈਂ ਤਾਂ ਰਹਿਣਾ ਹੀ ਬੜਾ ਸੀ। ਬੋਲੋ ਹਾਲੇਲੂਇਆ। ਅੱਜ ਜਿਨ੍ਹਾਂ ਦੀਆਂ ਜ਼ਿੰਦਗੀਆਂ 'ਚ ਯਿਸੂ ਸਵਾਰ ਹੋ ਗਿਆ, ਪੁੱਛ ਕੇ ਵੇਖੋ ਉਹਨਾਂ ਨੂੰ ਜ਼ਿੰਦਗੀ ਹੋਈ ਰੈਲੀ ਕਿ ਨਹੀਂ ਹੋਈ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਕਿਉਂ ਭਾਈ ਜਣਕਾ ਹੋਈ ਰੈਲੀ ਨਾ? ਹਾਂ ਗੋਲਡੀ, ਹਾਂ ਭਾਈ ਜੱਸ, ਹੋਈ ਜ਼ਿੰਦਗੀ ਰੈਲੀ ਕਿ ਨਹੀਂ? ਹਾਲੇਲੂਇਆ। ਇੱਧਰ ਕਈਆਂ ਭੈਣਾਂ ਦੀ ਗਵਾਹੀ ਆ, ਹਾਏ ਗੋਡਿਆਂ ਤੋਂ ਨਹੀਂ ਉੱਠਿਆ ਜਾਂਦਾ, ਕਿਉਂਕਿ ਉਹ 'ਚ ਸ਼ੈਤਾਨ ਵੜ ਕੇ ਬੈਠਾ। ਲੱਕ ਤੋਂ ਨਹੀਂ ਉੱਠਿਆ ਜਾਂਦਾ, ਕੌਣ ਵੜ ਕੇ ਬੈਠਾ ਉੱਤੇ? ਤੇਰੇ ਕੋ ਨਹੀਂ ਉੱਠਿਆ ਜਾਂਦਾ ਹੈ, ਧੱਕੇ ਠਿੰਡੇ ਖਾਂਦਾ ਰਗੜ ਰਗੜ ਕੇ ਆ ਜਾ ਚਰਚ। ਅਧਰੰਗੀ ਨੂੰ 4 ਜਣੇ ਮੰਜੇ ਤੇ ਪਾ ਕੇ ਕਿਹਦੇ ਕੋਲ ਲੈ ਕੇ ਆਏ? ਹਾਂ, ਯਿਸੂ ਕੋਲ ਆਇਆ। ਤੇ ਯਿਸੂ ਨੇ ਕੀ ਕਰਤਾ? ਬੋਲੋ, ਚੰਗਾ ਕਰਤਾ। ਲਿਖਿਆ ਯਿਸੂ ਮਸੀਹ ਨੇ ਉਹਨਾਂ ਦੀ ਨਿਸ਼ਚਾ ਵੇਖ ਕੇ, ਜਿਹੜੇ ਉਹਨੂੰ ਮੰਜੇ ਤੇ ਪਾ ਕੇ ਲਿਆਏ ਸੀ, ਉਸ ਆਦਮੀ ਨੂੰ ਚੰਗਾ ਕਰ ਦਿੱਤਾ। ਤੁਹਾਡਾ ਵਿਸ਼ਵਾਸ ਵੇਖ ਕੇ ਕਈ ਵਾਰੀ ਪਰਮੇਸ਼ਰ ਦੂਜਿਆਂ ਦੀ ਜ਼ਿੰਦਗੀ 'ਚ ਵੀ ਕੰਮ ਕਰਦਾ ਜੀ। ਆਮੀਨ। ਇਸ ਲਈ ਕੋਈ ਭਾਰ ਨਹੀਂ ਜੇ ਪਵਿੱਤਰ ਆਤਮਾ ਦਾ। ਸਾਡੇ ਪ੍ਰਭੂ ਯਿਸੂ ਦਾ ਕੋਈ ਹੁਕਮ ਔਖੇ ਨਹੀਂ ਜੇ ਹੈਗੇ। ਜਿਹਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਉਹਦੇ ਲਈ ਤੇ ਸਾਈਕਲ ਚਲਾਉਣਾ ਬੜਾ ਔਖਾ ਹੈ। ਤੇ ਵੇਖੋ ਜਿਨ੍ਹਾਂ ਨੂੰ ਜਹਾਜ਼ ਚਲਾਉਣਾ ਆਉਂਦਾ ਉਹ ਕਿਤੇ ਹਵਾ ਜਿਹੀ ਫਿਰਦੇ ਹੈ, 150-200 ਚੀਜ਼ ਨਾਲ ਲੈ ਕੇ। ਦੁਆ ਕਰਨੀ ਸਿੱਖੋ, ਪ੍ਰਭੂ ਦੇ ਹੁਕਮਾਂ ਨੂੰ ਮੰਨਣਾ ਸਿੱਖੋ, ਪਵਿੱਤਰ ਆਤਮਾ ਦੇ ਨਾਲ ਸਹਿਮਤ ਹੋਣਾ ਸਿੱਖੋ। ਪਰਮੇਸ਼ਰ ਆਪ ਨੂੰ ਤਰੱਕੀ ਦੇਗਾ। ਹਾਲੇਲੂਇਆ। ਪਰਮੇਸ਼ਰ ਆਪ ਨੂੰ ਬਰਕਤ ਦੇਗਾ। ਨੁਕਸਾਨ ਹੋਣੇ ਬੰਦ ਹੋ ਜਾਣਗੇ। ਤੁਹਾਡੇ ਬੱਚਿਆਂ ਨੂੰ ਪਰਮੇਸ਼ਰ ਤਰੱਕੀ ਦੇਗਾ। ਉਹਦਾ ਵਾਅਦਾ ਆ, ਕਹਿੰਦਾ ਤੂੰ ਮੇਰੇ ਹੁਕਮਾਂ ਨੂੰ ਮੰਨ, ਤੇਰਾ ਵੀ ਭਲਾ ਹੋਏਗਾ ਤੇ ਤੇਰੇ ਬਾਅਦ ਤੇਰੇ ਬੱਚਿਆਂ ਦਾ ਵੀ ਭਲਾ ਹੋਏਗਾ। ਦਾਊਦ ਦੇਖੋ, ਜਦੋਂ ਦਾਊਦ ਨੇ ਪਾਪ ਕੀਤਾ ਸੀ, ਵਿਭਚਾਰ ਕੀਤਾ ਸੀ ਦਾਊਦ ਨੇ, ਉਹਨੇ ਜਦੋਂ ਪਰਮੇਸ਼ਰ ਦੇ ਕੋਲੋਂ ਮਾਫੀ ਮੰਗਦਾ ਤੇ ਉਹਨੇ ਪਰਮੇਸ਼ਰ ਨੂੰ ਇਹ ਨਹੀਂ ਕਿਹਾ ਕਿ ਪਰਮੇਸ਼ਰ ਮੇਰੇ ਕੋਲ ਰਾਜ ਪਾਟ ਨਾ ਖੋਲੀ, ਪਰਮੇਸ਼ਰ ਮੈਨੂੰ ਗਰੀਬ ਨਾ ਕਰਦੀ। ਦਾਊਦ ਦੀ ਇੱਕੋ ਪ੍ਰਾਰਥਨਾ ਸੀ, ਪਰਮੇਸ਼ਰ ਆਪਣਾ ਪਵਿੱਤਰ ਆਤਮਾ ਮੇਥੋਂ ਵਾਪਸ ਨਾ ਲੈ। ਕਿਉਂਕਿ ਦਾਊਦ ਜਾਣਦਾ ਸੀ ਮੇਰਾ ਬਲ ਪਵਿੱਤਰ ਆਤਮਾ ਦੇ ਨਾਲ ਹੈ, ਮੇਰੀਆਂ ਆਸ਼ੀਸ਼ਾਂ ਪਵਿੱਤਰ ਆਤਮਾ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਪਵਿੱਤਰ ਆਤਮਾ ਹੀ ਆ ਜਿਹੜਾ ਮੈਨੂੰ ਹੁਣ ਮਰਨ ਤੱਕ ਸੰਭਾਲ ਕੇ ਰੱਖ ਸਕਦਾ ਹੈ। ਹੱਥ ਉਠਾ ਕੇ ਬੋਲੋ ਸਾਰੇ ਹਾਲੇਲੂਇਆ। ਕੀ ਸਿੱਖ ਰਹੇ ਹਾਂ ਖੁਦਾ ਦੇ ਵਚਨ ਚੋਂ? ਅਸੀਂ ਪਵਿੱਤਰ ਆਤਮਾ ਦੇ ਵਿਰੋਧ ਵਿੱਚ ਕੁਫਰ ਨਹੀਂ ਬਕਣਾ, ਉਹਦਾ ਵਿਰੋਧ ਨਹੀਂ ਕਰਨਾ, ਉਹਦੇ ਨਾਲ ਸਹਿਮਤ ਹੋ ਜਾਣਾ ਹੈ। ਆਈਏ ਅਸੀਂ ਆਪਣੇ ਸਿਰਾਂ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਝੁਕਾਵਾਂਗੇ, ਨੀਵਿਆਂ ਕਰਾਂਗੇ ਆਪਣੇ ਆਪ ਨੂੰ। ਹਾਲੇਲੂਇਆ।